ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ ਨੰਬਰ 1371 ਤੇ ਉੱਤੋਂ ਤੀਸਰੀ ਪੰਕਤੀ ਹੈ 124 ਨੰਬਰ ਤੋਂ ਬਾਅਦ। ਕਬੀਰ ਚੱਕੀ ਜੋ ਨਿਸ ਵਿਛਰੈ ਆਏ ਮਿਲੈ ਪ੍ਰਭਾਤ ਜੋ ਨਰ ਵਿਛਰੇ ਰਾਮ ਸਿਉ ਨਾ ਦਿਨ ਮਿਲੇ ਨਾ ਰਾਤ। ਚੱਕੀ ਮਨੇ ਚੱਕਵੀ। ਕੁਦਰਤ ਦਾ ਕੋਈ ਨਿਯਮ ਹੈ ਕਿ ਚੱਕਵਾ ਚੱਕਵੀ ਦਿਨੇ ਦੇ ਇਕੱਠੇ ਰਹਿੰਦੇ ਨੇ। ਜਦੋਂ ਰਾਤ ਪੈਂਦੀ ਹੈ ਚੱਕਵੀ ਚੱਕਵੇ ਨੂੰ ਛੱਡ ਕੇ ਕਿਤੇ ਹੋਰ ਚਲੀ ਜਾਂਦੀ ਹੈ, ਦੋਨੋਂ ਇਕੱਠੇ ਨਹੀਂ ਰਹਿੰਦੇ। ਕਬੀਰ ਚੱਕੀ ਜੋ ਨਿਸ ਵਿਛਰੈ। ਨਿਸ ਹਿੰਦੀ ਦਾ ਸ਼ਬਦ ਹੈ ਨਿਸ਼ੀ। ਹਿੰਦੀ ਦਾ ਸ਼ਬਦ ਹੈ ਨਿਸ਼ੀ, ਰਾਤ ਨੂੰ ਕਹਿੰਦੇ ਨਿਸ਼ੀ। ਉਹ ਫਿਰ ਪੰਜਾਬੀ ਦੇ ਨਿਯਮ ਅਨੁਸਾਰ, ਗੁਰਬਾਣੀ ਦੇ ਨਿਯਮ ਅਨੁਸਾਰ ਫਿਰ ਆਪਾਂ ਪੜ੍ਹਦੇ ਨਿਸ। ਨਿਸ ਨੇ ਰਾਤ ਨੂੰ, ਵਿਛਰੈ ਦਾ ਵਿਛੜ ਜਾਣਾ। ਜਿਹੜੀ ਚੱਕਵੀ ਹੈ ਰਾਤ ਨੂੰ ਚੱਕਵੇ ਨਾਲੋਂ ਵਿਛੜ ਜਾਂਦੀ ਹੈ। ਆਏ ਮਿਲੇ ਪ੍ਰਭਾਤ, ਪਰ ਜਦੋਂ ਫਿਰ ਸਵੇਰ ਹੁੰਦੀ ਹੈ ਫਿਰ ਅੱਗ ਮਿਲ ਪੈਂਦੀ ਹੈ। ਜੋ ਨਰ ਵਿਛਰੇ ਰਾਮ ਸਿਉ, ਪਰ ਜਿਹੜੇ ਵਿਅਕਤੀ ਨਰ ਮਨੇ ਵਿਅਕਤੀ ਰਾਮ ਨਾਲੋਂ ਪਰਮਾਤਮਾ ਨਾਲੋਂ ਵਿਛੜ ਜਾਂਦੇ ਹਨ, ਨਾ ਦਿਨ ਮਿਲੇ ਨਾ ਰਾਤ, ਉਹ ਰੱਬ ਨੂੰ ਨਾ ਦਿਨੇ ਮਿਲ ਸਕਦੇ ਨਾ ਰਾਤ ਨੂੰ ਮਿਲ ਸਕਦੇ ਨੇ। ਉਹ ਤਾਂ ਬਦਕਿਸਮਤ ਨੇ। ਚੱਕਵੀ ਭਾਵੇਂ ਰਾਤ ਨੂੰ ਵਿਛੜ ਜਾਂਦੀ ਹੈ ਪਰ ਸਵੇਰੇ ਫਿਰ ਮਿਲ ਪੈਂਦੀ ਹੈ। ਇਹ ਮਨੁੱਖ ਜਿਹੜਾ ਪਰਮਾਤਮਾ ਦਾ ਵਿਛੜਿਆ ਹੋਇਆ ਫਿਰ ਕਦੇ ਨਹੀਂ ਮਿਲਦਾ, ਕਿਉਂਕਿ ਇਹ ਨਾਮ ਜਪਦਾ ਨਹੀਂ, ਇਸ ਲਈ ਦੁਬਾਰਾ ਮੇਲ ਨਹੀਂ ਹੁੰਦਾ। ਪਰਮਾਤਮਾ ਨਾਲ ਵਿਛੜ ਕਿਉਂ ਗਏ ਹਾਂ? ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇਲੋ ਰਾਮ। ਅਸੀਂ ਕਰਮ ਹੀ ਐਸੇ ਕੀਤੇ ਕਿ ਪਰਮਾਤਮਾ ਨਾਲ ਵਿਛੜ ਗਏ। ਮੰਨ ਲਓ ਮੈਂ ਆਪਣੇ ਅਫਸਰ ਦਾ ਹੁਕਮ ਨਹੀਂ ਮੰਨਦਾ, ਉਹਦੀ ਮੇਰੀ ਨਹੀਂ ਬਣਾਵੇਗੀ। ਪਤਨੀ ਆਪਣੇ ਪਤੀ ਦੀ ਗੱਲ ਨਹੀਂ ਮੰਨਦੀ, ਨਹੀਂ ਬਣਾਉਂਦੀ, ਨਹੀਂ ਬਣਾਉਂਦੀ। ਮਨੁੱਖ ਪਰਮਾਤਮਾ ਦਾ ਹੁਕਮ ਨਹੀਂ ਮੰਨਦਾ। ਹੁਣ ਪਰਮਾਤਮਾ ਹੈਗਾ ਤਾਕਤਵਰ, ਉਹ ਫਿਰ ਮਨੁੱਖ ਨੂੰ ਆਪਣੇ ਘਰੋਂ ਕੱਢ ਦਿੰਦਾ ਵੀ ਦੌੜ ਜਾ, ਮੈਂ ਨਹੀਂ ਤੇ ਰੱਖਦਾ, ਮੈਂ ਨਹੀਂ ਤੇ ਰੱਖਦਾ, ਤੂੰ ਮੇਰੀ ਗੱਲ ਨਹੀਂ ਮੰਨਦਾ। ਅਸੀਂ ਪਰਮਾਤਮਾ ਦਾ ਹੁਕਮ ਨਹੀਂ ਮੰਨਿਆ, ਇਸ ਕਰਕੇ ਪਤਾ ਨਹੀਂ ਕਦੋਂ ਦੇ ਉਹਦੇ ਤੋਂ ਵਿਛੜੇ ਹੋਏ ਹਨ। ਜਦੋਂ ਕਦੇ ਉਹਦੀ ਕਿਰਪਾ ਹੋਵੇਗੀ। ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇਲੋ ਰਾਮ। ਵੀ ਇਹ ਪਰਮਾਤਮਾ ਕਿਰਪਾ ਕਰੋ, ਦੁਬਾਰਾ ਮਿਲਾ ਲਓ। ਮਨੁੱਖ ਨੂੰ ਕਿਤੇ ਸੋਝੀ ਆਵੇ ਕਿ ਮੈਂ ਆਪਣੇ ਹੀ ਕਰਮਾਂ ਕਰਕੇ ਪਰਮਾਤਮਾ ਵਿਛੜ ਗਿਆ ਹਾਂ। ਜੇ ਆਪਾਂ ਹੁਕਮ ਨਹੀਂ ਮੰਨਾਂਗੇ ਆਪਣੇ ਤੋਂ ਵੱਡੇ ਦਾ, ਫਿਰ ਨਹੀਂ ਬਣਾਉਂਦੀ। ਧੀ ਪੁੱਤਰ ਮਾਂ ਪਿਓ ਦਾ ਹੁਕਮ ਹੀ ਨਹੀਂ ਮੰਨਦੇ, ਫਿਰ ਨਹੀਂ ਬਣਾਵੇਗੀ, ਆਪੇ ਨਹੀਂ ਬਣਾਵੇਗੀ। ਹੁਣ ਦੇਖੋ ਬਾਈਬਲ ਕਹਿੰਦੇ ਵੀ ਪਰਮਾਤਮਾ ਨੇ ਸ੍ਰਿਸ਼ਟੀ ਬਣਾਈ, ਧਰਤੀ ਬਣਾਈ, ਪਾਣੀ ਬਣਾਇਆ, ਬਨਸਪਤੀ ਬਣਾਈ, ਪਹਾੜ ਬਣਾਏ, ਜਾਨਵਰ ਬਣਾਏ, ਪਸ਼ੂ ਬਣਾਏ, ਸਭ ਤੋਂ ਅਖੀਰ ਵਿੱਚ ਔਰਤ ਅਤੇ ਆਦਮੀ ਬਣਾਇਆ। ਔਰਤ ਦਾ ਨਾਮ ਰੱਖਿਆ ਈਵ ਅਤੇ ਬੰਦੇ ਦਾ ਨਾਮ ਰੱਖਿਆ ਐਡਮ। ਹੁਣ ਧਰਮ ਕਹਿੰਦਾ ਹੈ ਵੀ 84 ਲੱਖ ਜੂਨੀਆਂ ਦੇ ਵਿੱਚੋਂ ਜੋ ਸਭ ਤੋਂ ਉੱਤਮ ਜੂਨੀ ਹੈ ਮਨੁੱਖ ਜੂਨੀ ਹੈ। ਇਸ ਲਈ ਹੁਣ ਉਹਨੇ ਇੱਕ ਆਦਮੀ ਅਤੇ ਇੱਕ ਔਰਤ ਬਣਾਇਆ ਹੈ।
ਉਹਨੂੰ ਦੂਜੀਆਂ ਜੂਨੀਆਂ ਨਾਲੋਂ ਵਧੀਆ ਥਾਂ 'ਤੇ ਰੱਖਣਾ ਸੀ, ਤਾਂ ਹੀ ਗੱਲ ਬਣਦੀ ਨਾ। ਪਰਮਾਤਮਾ ਨੇ ਉਹਨਾਂ ਲਈ ਸਵਰਗ ਬਣਾਇਆ। ਬਾਈਬਲ ਕਹਿੰਦੀ ਸਵਰਗ ਦੇ ਵਿੱਚ ਦੋਨਾਂ ਨੂੰ ਰੱਖਿਆ ਕਿ ਲੋ ਪਏ ਇੱਥੇ ਰਹੋ, ਰਹਿਣ ਨੂੰ ਘਰ ਦਿੱਤਾ। ਇਹ ਕਹਿ ਵੀ ਆ ਬਾਗ ਹੈ, ਫਲਦਾਰ ਦਰਖਤ ਨੇ, ਇਹ ਤੁਸੀਂ ਖਾ ਸਕਦੇ ਹੋ, ਪਰ ਇੱਕ ਸ਼ਰਤ ਹੈ ਵੀ ਜਿਹੜਾ ਘਰ ਦੇ ਤੁਹਾਡੇ ਸਾਹਮਣੇ ਦਰਖਤ ਲੱਗਾ ਇਹਦਾ ਫਲ ਨਹੀਂ ਖਾਣਾ, ਬਾਕੀ ਸਾਰੇ ਖਾ ਸਕਦੇ ਹੋ। 7 ਵਚਨ ਜੀ। ਬੜਾ ਸਮਾਂ ਉਹ ਸਵਰਗ 'ਚ ਰਹੀ ਗਏ। ਪਰਮਾਤਮਾ ਨੇ ਸੋਚਿਆ ਵੀ ਇਹਨਾਂ ਦਾ ਇਮਤਿਹਾਨ ਤੇ ਲਈਏ। ਜੋ ਮੈਂ ਸ਼ਰਤ ਲਾਈ ਸੀ ਕਿ ਜਿਹੜਾ ਤੁਹਾਡੇ ਘਰ ਦੇ ਸਾਹਮਣੇ ਦਰਖਤ ਲੱਗਾ ਇਹਦਾ ਫਲ ਨਹੀਂ ਖਾਣਾ, ਵੀ ਕੀ ਇਹ ਮੇਰੀ ਗੱਲ ਨੂੰ ਮੰਨਦੇ ਨੇ ਕਿ ਨਹੀਂ ਮੰਨਦੇ? ਪਰਮਾਤਮਾ ਨੇ ਮਾਇਆ ਭੇਜਤੀ। ਬਾਈਬਲ 'ਚ ਲਿਖਿਆ ਸੈਟਨ ਭੇਜਤੇ, ਜਿਹਨੂੰ ਆਪਾਂ ਗੁਰਬਾਣੀ ਮਾਇਆ ਕਹਿੰਦੇ। ਸੈਟਨ ਭੇਜਤੇ। ਕੁਦਰਤੀ ਉਸ ਵੇਲੇ ਐਡਮ ਘਰ ਨਹੀਂ ਸੀ, ਈਵ ਘਰ ਸੀ। ਉਹ ਆ ਕੇ ਪੁੱਛਦੇ ਕੀ ਹਾਲ ਚਾਲ ਹੈ ਜੀ? ਠੀਕ ਠਾਕ ਹੈ ਜੀ। ਐਡਮ ਕਿੱਥੇ ਹੈ ਜੀ? ਉਹ ਬਾਹਰ ਗਏ ਹਨ। ਕੀ ਖਾਂਦੇ ਹੋ ਜੀ? ਕਹਿੰਦੇ ਦਰਖਤਾਂ ਦੇ ਅਸੀਂ ਫਲ ਖਾਂਦੇ ਹਾਂ। ਕਿ ਜਿਹੜਾ ਤੁਹਾਡੇ ਘਰ ਦੇ ਸਾਹਮਣੇ ਫਲ ਲੱਗਾ ਇਹਦੇ ਕਦੇ ਫਲ ਖਾਧਾ? ਉਹ ਕਹਿੰਦੇ ਜੀ ਗੋਡ ਨੇ ਕਿਹਾ, ਪਰਮਾਤਮਾ ਨੇ ਕਿਹਾ ਇਹਦਾ ਫਲ ਨਹੀਂ ਖਾਣਾ। ਪਰਮਾਤਮਾ ਵੀ ਕਿੰਨਾ ਚਲਾਕ ਹੈ। ਉਹ ਸੈਟਨ ਕਹਿੰਦਾ ਜਿਹੜਾ ਸਭ ਤੋਂ ਮਿੱਠਾ ਫਲ ਹੈ ਉਹ ਤੁਹਾਨੂੰ ਕਹਿੰਦੇ ਨਹੀਂ ਖਾਣਾ, ਤੁਸੀਂ ਤਾਂ ਬਕ-ਬਕੇ ਖਾ ਰਹੇ ਹੋ। ਤੁਸੀਂ ਬਕ-ਬਕੇ ਫਲ ਖਾ ਰਹੇ। ਇਹ ਖਾ ਕੇ ਤਾਂ ਵੇਖੋ। ਉਹ ਕਿ ਨਹੀਂ ਗੋਡ ਨੇ ਕਿਹਾ ਇਹ ਨਹੀਂ ਖਾਣਾ। ਕਹਿੰਦੇ ਬੀਬੀ ਖਾ ਕੇ ਤਾਂ ਦੇਖ, ਜੇ ਸਾਰੇ ਫਲਾਂ ਨਾਲੋਂ ਵੱਧ ਸਵਾਦ ਨਾ ਹੋਇਆ ਜੋ ਮਰਜ਼ੀ ਮੈਨੂੰ ਸਜ਼ਾ ਦੇ ਦੀ। ਭਗਵਾਨ ਨੇ ਤੁਹਾਡੇ ਨਾਲ ਧੋਖਾ ਕੀਤਾ। ਕਹੀ ਗਿਆ ਕਹੀ ਗਿਆ। ਇਹ ਮਨ ਐਸਾ ਹੈ ਕਿ ਜਿਹੜੀ ਗੱਲ ਨੂੰ ਵਾਰੀ ਵਾਰੀ ਕਹੀ ਜੇ ਕਦੇ ਨਾ ਕਦੇ ਮੰਨ ਜਾਂਦਾ। ਹੁਣ ਗੁਰਬਾਣੀ ਦੇ ਤੁਸੀਂ ਨੋਟ ਕਰਿਓ ਵੀ ਗੁਰੂਆਂ ਨੇ ਭਗਤਾਂ ਨੇ ਵਾਰੀ ਕਈ ਗੱਲਾਂ ਉਹੀ ਲਿਖੀਆਂ ਨੇ ਜੋ ਗੁਰੂ ਨਾਨਕ ਲਿਖੀਆਂ, ਦੂਜਿਆਂ ਨੇ ਵੀ ਉਹੀ ਗੱਲਾਂ ਲਿਖੀਆਂ, ਸਿਰਫ ਸ਼ਬਦਾਂ ਦਾ ਫਰਕ ਹੈ। ਵਾਰੀ ਉਹੀ ਗੱਲਾਂ ਲਿਖੀਆਂ ਤਾਂ ਜੋ ਕਿਸੇ ਤਰ੍ਹਾਂ ਮਨ 'ਤੇ ਅਸਰ ਹੋ ਜਾਵੇ। ਵਾਰੀ ਸੁਣ ਕੇ ਕਦੇ ਨਾ ਕਦੇ ਮਨ ਮੰਨ ਜੇ, ਔਰ ਮੰਨ ਜਾਂਦਾ। ਜਦੋਂ ਮਨੁੱਖ ਸਤ ਸੰਗਤ ਕਰਦਾ, ਹਰ ਰੋਜ਼ ਕਰਦਾ, ਹਰ ਰੋਜ਼ ਉਹ ਸੁਣਦਾ, ਫਿਰ ਕਿਸੇ ਨਾ ਕਿਸੇ ਗੱਲ ਦਾ ਉਸ 'ਤੇ ਅਸਰ ਹੋ ਜਾਂਦਾ। ਰੋਜ਼ ਸੁਣਨ ਨਾਲ ਉਹ ਜੋ ਕਹੀ ਗਿਆ ਵਾਰੀ ਵੀ ਬੀਬੀ ਇਹ ਫਲ ਸਭ ਤੋਂ ਮਿੱਠਾ ਹੈ, ਇਹ ਤੁਸੀਂ ਖਾ ਕੇ ਦੇਖੋ। ਆਪ ਹੀ ਤੋੜ ਰਿਹਾ, ਕਹਿੰਦਾ ਖਾ ਕੇ ਦੇਖ। ਚਲੋ ਉਹ ਮੰਨ ਗਈ ਵੀ ਕਹਿੰਦਾ। ਜਦੋਂ ਬਦਕਿਸਮਤੀ ਹੋਵੇ ਨਾ ਫਿਰ ਰੱਬ ਦੀ ਗੱਲ ਭੁੱਲ ਜਾਂਦੀ ਹੈ, ਫਿਰ ਦੂਜੇ ਦੀ ਗੱਲਾਂ ਯਾਦ ਆਉਂਦੀਆਂ। ਖਾ ਲਿਆ। ਕਹਿੰਦੇ ਕਿਉਂ? ਹੈ ਨਾ ਮਿੱਠਾ? ਕਹਿੰਦੇ ਹਾਂ ਵਾਕਈ ਸਾਰੇ ਫਲਾਂ ਨਾਲ ਮਿੱਠਾ। ਕਹਿੰਦੇ ਅੱਧਾ ਤੂੰ ਖਾ ਲੈ, ਅੱਧਾ ਐਡਮ ਆਏਗਾ ਉਹਨੂੰ ਦੇ ਦਿੱਤੀ। ਬਸ ਜੋ ਮਾਇਆ ਨੇ ਕੰਮ ਕਰਨਾ ਸੀ, ਰੱਬ ਨਾਲ ਵਿਛੋੜਨਾ ਸੀ ਨਾ, ਰੱਬ ਦਾ ਹੁਕਮ ਉਹਨੇ ਨਹੀਂ ਸੀ ਮੰਨਣ ਦੇਣਾ, ਇਸ ਲਈ ਉਹ ਤੇ ਚਲੇ ਗਏ। ਮਗਰੋਂ ਐਡਮ ਆ ਗਏ। ਈਵ ਕਹਿੰਦੇ ਇੱਥੇ ਇੱਕ ਬੰਦਾ ਆਇਆ ਸੀ, ਜੋ ਗੱਲਬਾਤ ਹੋਈ ਈਵ ਨੇ ਉਸਨੂੰ ਸੁਣਾਈ, ਕਹਿ ਤੂੰ ਬਹੁਤ ਮਾੜਾ ਕੀਤਾ। ਜਦੋਂ ਪਰਮਾਤਮਾ ਨੇ ਕਿਹਾ ਸੀ ਫਲ ਨਹੀਂ ਖਾਣਾ, ਤੂੰ ਕਿਉਂ ਖਾਧਾ? ਕਹਿੰਦੇ ਉਹ ਕਹੀ ਗਿਆ ਵੀ ਸਾਰੇ ਫਲਾਂ ਤੋਂ ਸਭ ਤੋਂ ਵੱਧ ਮਿੱਠਾ ਹੈ, ਜੇ ਨਾ ਮਿੱਠਾ ਮੈਨੂੰ ਜੋ ਮਰਜ਼ੀ ਸਜ਼ਾ ਦੇ ਲਓ।
ਤੇ ਵਾਕਿਆ ਹੀ ਸਭ ਤੋਂ ਮਿੱਠਾ ਹੈ। ਮੈਂ ਤੁਹਾਡੇ ਲਈ ਅੱਧਾ ਰੱਖਿਆ, ਖਾ ਕੇ ਦੇਖੋ। ਉਹ ਵੀ ਕਹੀ ਗਈ ਕਹੀ ਗਈ ਕਹੀ ਗਈ ਕਹੀ ਗਈ, ਬਦਾ ਬਣ ਗਿਆ। ਉਹਨੇ ਵੀ ਖਾ ਲਿਆ, ਉਹਨੇ ਖਾ ਲਿਆ। ਖਾਂਦੇ ਸਾਰੀ ਗਿਆਨ ਹੋ ਗਿਆ ਮੈਂ ਬੰਦਾ ਤੇ ਇਹ ਜਨਾਨੀ ਹੈ। ਦੂਸਰਾ ਗਿਆਨ ਹੋ ਗਿਆ ਕਿ ਅਸੀਂ ਨੰਗੇ ਹਾਂ। ਨਹੀਂ ਤਾਂ ਇੰਨੇ ਸਾਲਾਂ ਬਾਅਦ ਤੱਕ ਉਹਨਾਂ ਨੂੰ ਪਤਾ ਹੀ ਨਹੀਂ ਲੱਗਿਆ। ਇਹਨੇ ਜੇ ਭਗਵਾਨ ਆ ਗਏ, ਡਰਦੇ ਹੋਏ ਝਾੜੀ ਦੇ ਉਹਲੇ ਲੁਕ ਗਏ। ਭਗਵਾਨ ਕਹਿੰਦਾ ਉਹ ਐਡਮ ਉਹ ਈਵ, ਉਹ ਬੋਲਦੇ ਨਹੀਂ ਕੋ। ਭਗਵਾਨ ਫਿਰ ਕਹਿੰਦਾ ਉਹ ਐਡਮ ਉਹ ਈਵ, ਬੋਲਦੇ ਨਹੀਂ। ਭਗਵਾਨ ਗੁੱਸੇ ਚ ਕਹਿੰਦਾ ਉਹ ਐਡਮ ਉਹ ਈਵ, ਕਿੱਥੇ ਹੋ ਤੁਸੀਂ, ਬੋਲਦੇ ਕਿਉਂ ਨਹੀਂ? ਕਹਿੰਦੇ ਅਸੀਂ ਝਾੜੀਆਂ ਦੇ ਓਲੇ ਹਾਂ। ਤੁਸੀਂ ਝਾੜੀਆਂ ਦੇ ਓਲੇ ਕਿਉਂ? ਜੀ ਅਸੀਂ ਨੰਗੇ ਹਾਂ। ਕਹਿੰਦੇ ਤੁਹਾਨੂੰ ਕਿਵੇਂ ਪਤਾ ਲੱਗਿਆ ਤੁਸੀਂ ਨੰਗੇ ਹੋ? ਬਾਹਰ ਆਓ। ਹੱਥਾਂ ਨਾਲ ਨੰਗਿਆਈ ਢੱਕ ਕੇ ਬਾਹਰ ਆ ਗਏ। ਨਹੀਂ, ਭਗਵਾਨ ਕਹਿੰਦਾ ਅੱਛਾ ਤੁਸੀਂ ਇਸ ਦਰਖਤ ਦਾ ਫਲ ਖਾ ਲਿਆ ਹੁਣ? ਕਹਿੰਦੇ ਹਾਂਜੀ। ਕਿ ਜਦ ਮੈਂ ਤੁਹਾਨੂੰ ਕਿਹਾ ਸੀ ਵੀ ਨਹੀਂ ਖਾਣਾ, ਤੁਸੀਂ ਕਿਉਂ ਖਾਧਾ? ਜੋ ਫਲਾਣਾ ਇੱਥੇ ਅਸੀਂ ਕਹਿੰਦੇ ਫਲਾਣੇ ਨਾਲ ਕਿਆ ਮਤਲਬ ਹੈ? ਉਹ ਮੇਰੇ ਤੋਂ ਵੱਡਾ। ਜਦੋਂ ਮੈਂ ਕਿਹਾ ਸੀ ਫਲ ਨਹੀਂ ਖਾਣਾ, ਤੁਸੀਂ ਕਿਉਂ ਖਾਧਾ? ਰੱਬ ਨੇ ਉਹਨਾਂ ਨੂੰ ਮਾਰਿਆ ਧੱਕਾ, ਸਵਰਗ ਦੇ ਵਿੱਚ ਸੁੱਟ ਹੇਠਾਂ। ਅਤੇ ਜਿਸ ਧਰਤੀ 'ਤੇ ਆਪਾਂ ਰਹੇ ਇਹਨੂੰ ਕਹਿੰਦੇ ਮਾਤ ਲੋਕ, ਇੱਥੇ ਸੁੱਟਦੇ ਕਿ ਜੋ ਦਫਾ ਆਵੋ, ਹੁਣ ਕਰੀ ਜਾਓ ਭਰੀ ਜਾਓ। ਅਸੀਂ ਉਸ ਐਡਮ ਐਂਡ ਈਵ ਦੀ ਔਲਾਦ ਹਾਂ। ਅਸੀਂ ਵੀ ਰੱਬ ਦੀ ਗੱਲ ਨਹੀਂ ਮੰਨਦੇ, ਆਪਣੀ ਮਰਜ਼ੀ ਕਰਦੇ ਹਾਂ। ਰੱਬ ਨੇ ਸਾਨੂੰ ਸਵਰਗ 'ਚੋਂ ਕੱਢ ਕੇ ਇੱਥੇ ਨਰਕ ਸੁੱਟਦਾ ਕਿ ਜੋ ਭੋਗੀ ਜਾਓ, ਹੁਣ ਕਰੀ ਜਾਓ ਭਰੀ ਜਾਓ। ਅਸੀਂ ਆਪਣੇ ਕਰਮ ਕਰਦੇ ਹਾਂ, ਉਹਨੂੰ ਭੋਗਦੇ ਰਹਿੰਦੇ। ਚੰਗੇ ਕਰ ਲਓ ਮੰਦੇ ਕਰ ਲਓ। ਜਿਨ੍ਹਾਂ ਚੰਗੇ ਕੰਮ ਕੀਤੇ ਉਹ ਸੁੱਖ ਭੋਗ ਰਹੇ ਨੇ, ਜਿਨ੍ਹਾਂ ਮੰਦੇ ਕੰਮ ਕੀਤੇ ਉਹ ਦੁੱਖ ਭੋਗ ਰਹੇ ਨੇ। ਹੁਣ ਅਸੀਂ ਕਰਮ ਭੋਗ ਰਹੇ। ਤਾਂ ਹੀ ਕਰੋ ਕਿਰਤ ਕਰਮ ਕੇ ਵਿਛੜੇ। ਅਸੀਂ ਕਰਮ ਹੀ ਇਹੋ ਜਿਹਾ ਕੀਤਾ ਕਿ ਪਰਮਾਤਮਾ ਤੋਂ ਵਿਛੜ ਗਏ, ਉਹਦਾ ਹੁਕਮ ਨਹੀਂ ਮੰਨਿਆ। ਹੁਣ ਕਿਹੜਾ ਕੋਈ ਮੰਨਦਾ? ਹੁਣ ਵੀ ਕੋਈ ਨਹੀਂ ਮੰਨਦਾ। ਜਿਹੜੇ ਇੱਕ ਅੱਧਾ ਆਪਣੇ ਆਪ ਨੂੰ ਫਿੱਟ ਬਹਿੰਦਾ ਉਹ ਮੰਨ ਲੈਂਦਾ, ਬਾਕੀ ਕੋਈ ਨਹੀਂ ਮੰਨਦਾ। ਅਤੇ ਰੋਜ਼ ਕਥਾ ਸੁਣਦੇ। ਕਿੰਨੀ ਕੁ ਅਸੀਂ ਕਬੀਰ ਸਾਹਿਬ ਦੀ ਗੱਲ ਹੁਣ ਤੱਕ ਮੰਨ ਲਈਏ। ਕਿੰਨੇ ਦਿਨ ਹੋ ਗਏ ਕਬੀਰ ਸਾਹਿਬ ਨੂੰ ਕਹਿੰਦੇ ਹੋਏ। ਪਹਿਲਾਂ 2 ਮਹੀਨੇ ਕਥਾ ਵਾਰਤਾ ਚੱਲੀ ਹੈ ਸੁਖਮਨੀ ਸਾਹਿਬ ਦੇ। ਪੰਚਮ ਪਾਤਸ਼ਾਹ ਨੇ ਕਿੰਨਾ ਕੁਛ ਹੀ ਕਿਹਾ ਸੁਖਮਨੀ ਸਾਹਿਬ, ਕਿੰਨਿਆਂ ਕੁ ਨੇ ਮੰਨਿਆ। ਇਹ ਮਨੁੱਖ ਮੰਨਦਾ ਨਹੀਂ, ਇਸ ਲਈ ਤਾਂ ਦੁੱਖ ਖੜ੍ਹਾ। ਮੰਨੇਗਾ ਤੇ ਤਾਂ ਪਰਿਵਰਤਨ ਆਵੇਗਾ ਨਾ। ਸੁਣਨ ਨਾਲ ਪੜ੍ਹਨ ਨਾਲ ਨਹੀਂ ਗੱਲ ਬਣਦੀ ਹੁੰਦੀ, ਪਰਿਵਰਤਨ ਨਹੀਂ ਆਉਂਦਾ ਜ਼ਿੰਦਗੀ 'ਚ। ਜ਼ਿੰਦਗੀ 'ਚ ਪਰਿਵਰਤਨ ਮੰਨਣ ਨਾਲ ਆਉਂਦਾ। ਪੜ੍ਹ ਲਿਆ ਅੰਮ੍ਰਿਤ ਵੇਲਾ ਸੱਚ ਨੌ ਵਡਿਆਈ ਵਿਚਾਰ, ਪੜ੍ਹ ਲਿਆ ਤੇ ਸਾਰੇ ਪੜ੍ਹਦੇ ਹੋ ਵੀ ਅੰਮ੍ਰਿਤ ਵੇਲੇ ਉੱਠੋ, ਪਰਮਾਤਮਾ ਦੀ ਸਿਫਤ ਸਲਾਹ ਕਰੋ। ਕਿੰਨੇ ਕੁ ਨੇ ਅੰਮ੍ਰਿਤ ਵੇਲੇ ਉੱਠਣ ਵਾਲੇ ਅਤੇ ਕਿੰਨੇ ਕੁ ਨੇ ਰੱਬ ਦਾ ਨਾਮ ਜਪਣ ਵਾਲੇ। ਇਸ ਲਈ ਨਿਰਾ ਪੜ੍ਹਨ ਸੁਣਨ ਨਾਲ ਨਹੀਂ ਗੱਲ ਬਣਨੀ, ਜਿੰਨਾ ਚਿਰ ਅਸੀਂ ਮੰਨਦੇ ਨਹੀਂ ਹਾਂ। ਮੰਨਣ ਨਾਲ ਜ਼ਿੰਦਗੀ ਬਦਲਦੀ ਹੈ। ਜ਼ਿੰਦਗੀ ਬਦਲਦੀ ਹੈ ਫਿਰ ਕਰਮ ਬਦਲਦੇ ਨੇ। ਜਦ ਤੁਸੀਂ ਅੰਮ੍ਰਿਤ ਵੇਲੇ ਉੱਠਣਾ ਸ਼ੁਰੂ ਕਰ ਦਿਓਗੇ, ਨਾਮ ਜਪਣਾ ਸ਼ੁਰੂ ਕਰ ਦਿਓਗੇ, ਬਾਣੀ ਪੜ੍ਹਨੀ ਸ਼ੁਰੂ ਕਰ ਦਿਓਗੇ, ਆਪੇ ਤੁਹਾਡੀ ਕਿਸਮਤ ਬਦਲ ਜਾਏਗੀ। ਕਿਉਂ? ਤੁਸੀਂ ਰੱਬ ਦੀ ਇੱਕ ਗੱਲ ਮੰਨ ਲਈ। ਅੱਜ ਦੀ ਇੱਕੋ ਹੀ ਮੰਨੀ ਸਿਰਫ। ਸਭ ਤੋਂ ਪਹਿਲਾ ਹੁਕਮ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਬਾਣੀ ਨੂੰ ਪੜ੍ਹਨ ਵਾਲੇ ਦਾ ਪਹਿਲਾ ਹੁਕਮ ਸਿੱਖ ਲਈ ਕਿ ਅੰਮ੍ਰਿਤ ਵੇਲਾ ਸੱਚ ਨੌ ਵਡਿਆਈ ਵਿਚਾਰ, ਕਿ ਅੰਮ੍ਰਿਤ ਵੇਲੇ ਉੱਠੋ, ਨਾਮ ਜਪੋ, ਬਾਣੀ ਪੜ੍ਹੋ। ਇਹ ਪਹਿਲਾ ਹੁਕਮ ਹੈ।
ਪੈਨ ਤੇ ਕਾਪੀ ਲੈ ਲਈ ਦੀ, ਫਿਰ ਸਹਿਜ ਪਾਠ ਕਰਨਾ ਸ਼ੁਰੂ ਕਰ ਦੇਣਾ। ਜਿਹੜੀ ਜਿਹੜੀ ਗੱਲ ਦੀ ਤੁਹਾਨੂੰ ਸਮਝ ਆ ਰਹੀ ਹੈ ਉਹ ਤੁਹਾਡੇ ਲੈਵਲ ਦੀ ਹੈ। ਬਾਣੀ ਪੜ੍ਹੋ, ਜਿਹੜੀ ਜਿਹੜੀ ਗੱਲ ਬਾਣੀ ਜੋ ਤੁਹਾਨੂੰ ਸਮਝ ਆ ਜਾਏ ਨਾ, ਇਹਦੇ ਮਤਲਬ ਤੁਹਾਡਾ ਜੇ ਲੈਵਲ ਇੱਥੇ ਹੈ। ਉਸ ਆਪਣੇ ਲੈਵਲ 'ਤੇ ਜਿਹੜੇ ਹੈ ਉਹ ਗੱਲਾਂ ਨੋਟ ਕਰਦੇ ਜਾਓ। ਬਈ ਗੁਰੂ ਮਹਾਰਾਜ ਆਹ ਕਰਨ ਨੂੰ ਕਹਿੰਦੇ ਨੇ, ਆਹ ਨਾ ਕਰਨ ਨੂੰ ਕਹਿੰਦੇ ਨੇ। ਇੱਕ ਸਫ਼ੇ 'ਤੇ ਲਿਖ ਲਓ ਕਰਨ ਵਾਲੀਆਂ ਗੱਲਾਂ, ਇੱਕ ਸਫ਼ੇ 'ਤੇ ਲਿਖੇ ਨਾ ਕਰਨ ਵਾਲੀਆਂ ਗੱਲਾਂ। ਸਾਰਾ ਗੁਰੂ ਗ੍ਰੰਥ ਪੜ੍ਹ ਕੇ ਨੋਟ ਕਰ ਲਓ। ਫਿਰ ਜੋ ਕਰਨ ਵਾਲੀਆਂ ਨੇ ਉਹ ਕਰੋ, ਅਤੇ ਜੋ ਨਹੀਂ ਕਰਨ ਵਾਲੀਆਂ ਉਹ ਨਹੀਂ ਕਰਨੀਆਂ, ਅਤੇ ਬਸ ਜ਼ਿੰਦਗੀ ਬਦਲਣੀ ਸ਼ੁਰੂ ਹੋ ਜਾਏਗੀ। ਅਸੀਂ ਪਰਮਾਤਮਾ ਦੇ ਨੇੜੇ ਜਾਣਾ ਸ਼ੁਰੂ ਹੋ ਜਾਵਾਂਗੇ। ਪਰਮਾਤਮਾ ਦੇ ਨੇੜੇ ਤਾਂ ਹੀ ਜਾਵਾਂਗੇ ਜੇ ਪਰਮਾਤਮਾ ਦੀ ਗੱਲ ਮੰਨਾਂਗੇ। ਜਿਉਂ-ਜਿਉਂ ਅਸੀਂ ਆਪਣੀ ਸੋਚ ਨੂੰ, ਆਪਣੇ ਕਰਮਾਂ ਨੂੰ ਬਾਣੀ ਅਨੁਸਾਰ ਕਰਦੇ ਜਾਵਾਂਗੇ, ਤਿਉਂ-ਤਿਉਂ ਰੱਬ ਦੇ ਨੇੜੇ ਹੋਈ ਜਾਵਾਂਗੇ। ਜਿਵੇਂ ਜਿਉਂ-ਜਿਉਂ ਤੁਸੀਂ ਸ਼ਿਮਲੇ ਜਾਈ ਜਾਓਗੇ, ਸ਼ਿਮਲੇ ਦੇ ਨੇੜੇ ਜਾਈ ਜਾਓਗੇ, ਤਿਉਂ-ਤਿਉਂ ਠੰਡ ਵੱਧਦੀ ਜਾਏਗੀ ਆਪਣੇ ਆਪ ਹੀ। ਜਿਉਂ-ਜਿਉਂ ਤੁਸੀਂ ਸ਼ਿਮਲੇ ਦੇ ਨੇੜੇ ਜਾਈ ਜਾਓਗੇ, ਤਿਉਂ-ਤਿਉਂ ਠੰਡ ਵੱਧਦੀ ਜਾਏਗੀ। ਇਸ ਤਰ੍ਹਾਂ ਜਿਉਂ-ਜਿਉਂ ਅਸੀਂ ਰੱਬ ਦੇ ਨੇੜੇ ਜਾਈ ਜਾਵਾਂਗੇ, ਸੁੱਖ ਵੱਧਦਾ ਜਾਏਗਾ। ਸਾਡੇ ਸੁੱਖ ਵੱਧਦੇ ਜਾਣਗੇ, ਦੁੱਖ ਖਤਮ ਹੋਈ ਜਾਣਗੇ। ਇਸ ਲਈ ਸਮਝਾਇਆ ਕਬੀਰ ਸਾਹਿਬ ਨੇ ਵੀ ਹੇ ਇਨਸਾਨ, ਤੇਰੇ ਨਾਲ ਤਾਂ ਚੱਕਵੀ ਚੰਗੀ ਹੈ। ਠੀਕ ਹੈ, ਉਹ ਆਪਣੇ ਪਤੀ ਨਾਲੋਂ, ਪ੍ਰੇਮੀ ਨਾਲੋਂ ਰਾਤ ਨੂੰ ਵਿਛੜ ਜਾਂਦੀ ਹੈ, ਪਰ ਸਵੇਰੇ ਫਿਰ ਮਿਲ ਪੈਂਦੀ। ਤੂੰ ਤੇ ਐਸਾ ਰੱਬ ਤੋਂ ਵਿਛੜਿਆ ਹੋਇਆ, ਨਾ ਦਿਨੇ ਮਿਲਦੇ ਨਾ ਤੂੰ ਰਾਤ ਨੂੰ ਮਿਲਦਾ ਰੱਬ ਨੂੰ। ਤੂੰ ਤੇ ਇੰਨਾ ਵਿਛੜ ਗਿਆ। ਜਦੋਂ ਬਹੁਤ ਦੇਰ ਵਿਛੜਿਆ ਹੋ ਜਾਏ ਨਾ, ਰਿਸ਼ਤੇਦਾਰੀਆਂ ਭੁੱਲ ਭੁਲਾ ਜਾਂਦੀਆਂ ਨੇ, ਮੋਹ ਖਤਮ ਹੋ ਜਾਂਦਾ। ਮੈਂ ਦੇਖਿਆ ਤੁਹਾਡਾ ਪੁੱਤਰ ਤੁਹਾਡੇ ਨਾਲ ਵਿਛੜ ਗਿਆ, ਸਾਲ 2 ਸਾਲ 4 ਸਾਲ 5 7 ਸਾਲ ਯਾਦ ਰੱਖੋਗੇ, ਮੋਰ ਭੁੱਲ ਭੁਲਾ ਜਾ ਵੀ ਹੋ ਸਕਦਾ ਮਰ ਖਪ ਗਿਆ ਹੋਵੇ, ਜਿਹੜਾ ਮੁੜ ਕੇ ਆਇਆ ਹੀ ਨਹੀਂ, ਕੋਈ ਚਿੱਠੀ ਪੱਤਰ ਨਹੀਂ ਆਇਆ, ਕੋਈ ਟੈਲੀਫੋਨ ਨਹੀਂ ਆਇਆ। ਹੌਲੀ ਹੌਲੀ, ਕਿਉਂਕਿ ਮੋਹ ਪਿਆਰ ਤਾਂ ਹੀ ਰਹਿੰਦਾ ਜੇ ਆਪਾਂ ਮਿਲਦੇ ਰਹੀਏ। ਕਹਾਵਤ ਹੈ, ਅੱਖੋਂ ਓਲੇ ਦਿਲੋਂ ਓਲੇ। ਜਿਹੜਾ ਰਿਸ਼ਤੇਦਾਰ, ਦੋਸਤ, ਮਿੱਤਰ ਨੂੰ ਆਪਾਂ ਵਾਰੀ ਵਾਰੀ ਮਿਲਦੇ ਰਹਿੰਦੇ, ਉਹਦੇ ਨਾਲ ਪਿਆਰ ਬਣਿਆ ਰਹਿੰਦਾ। ਜਿਸ ਰਿਸ਼ਤੇਦਾਰ ਨੂੰ ਮਿਲਣਾ ਹੀ 5-7 ਸਾਲਾਂ ਬਾਅਦ, ਉਹਦੇ ਨਾਲ ਪਿਆਰ ਹੌਲੀ ਹੌਲੀ ਖਤਮ ਹੋ ਜਾਂਦਾ। ਜਦੋਂ ਆਪਾਂ ਰੋਜ਼ ਪਰਮਾਤਮਾ ਨੂੰ ਯਾਦ ਕਰੀ ਜਾਵਾਂਗੇ, ਤਾਂ ਕਿਸੇ ਦਿਨ ਉਹਦੇ ਨਾਲ ਸਾਡਾ ਮੇਲ ਹੋ ਸਕਦਾ ਹੈ। ਕਿਉਂ ਨਹੀਂ ਰੋਜ਼ ਯਾਦ ਕਰਦੇ। ਪਰ ਇਹ ਮਨੁੱਖ ਜਿਹੜਾ ਹੈ, ਇਹ ਤਾਂ ਕਦੇ ਚੱਕਵੀ ਨਾਲੋਂ ਵੀ ਮਾੜਾ ਹੈ। ਚੱਕਵੀ ਤਾਂ ਰਾਤ ਨੂੰ ਚੱਕਵੇ ਨਾਲੋਂ ਵਿਛੜ ਜਾਂਦੇ ਆ, ਆਏ ਮਿਲੇ ਪ੍ਰਭਾਤ, ਸਵੇਰੇ ਆ ਕੇ ਫਿਰ ਮਿਲ ਪੈਂਦੀ ਹੈ। ਜੋ ਨਰ ਵਿਛੜੇ ਰਾਮ ਸਿਉ, ਪਰ ਜਿਹੜੇ ਪ੍ਰਮਾਤਮਾ ਨਾਲੋਂ ਵਿਛੜ ਗਏ ਨੇ, ਨਾ ਦਿਨ ਮਿਲੇ ਨਾ ਰਾਤ, ਨਾ ਦਿਨੇ ਮਿਲਦੇ ਆ ਨਾ ਰਾਤ ਨੂੰ ਮਿਲਦੇ ਨੇ, ਕਿਉਂਕਿ ਬਹੁਤ ਦੇਰ ਹੋ ਗਈ ਵਿਛੜਿਆਂ ਨੂੰ। ਮਿਲਣ ਦੀ ਕੋਸ਼ਿਸ਼ ਹੀ ਨਹੀਂ ਕੀਤੀ। ਜਦੋਂ ਮਨੁੱਖ ਨੂੰ ਸੋਝੀ ਆਉਂਦੀ ਹੈ ਕਿ ਮੇਰੀ ਜ਼ਿੰਦਗੀ ਦੁੱਖ ਹੈ ਨਹੀਂ ਇਸੇ ਲਈ ਕਿ ਮੈਂ ਪਰਮਾਤਮਾ ਵਿਛੜਿਆ ਹੋਇਆ ਹਾਂ। ਯਾਦ ਰੱਖੋ, ਵਿਛੋੜੇ 'ਚ ਹਮੇਸ਼ਾ ਹੀ ਦੁੱਖ ਹੁੰਦਾ, ਮਿਲਾਪ ਦੇ ਵਿੱਚ ਸੁੱਖ ਹੁੰਦਾ। ਮਾਂ ਪੁੱਤਰ ਆਪਸ 'ਚ ਵਿਛੜ ਜਾਣ ਕਿਸੇ ਕਾਰਨ, ਦੋਨੋਂ ਹੀ ਦੁਖੀ ਹੁੰਦੇ ਨੇ ਆਪਣੀ ਆਪਣੀ ਥਾਂ 'ਤੇ। ਜਦੋਂ ਆਪਸ ਫਿਰ ਕਦੇ 15-20 ਸਾਲਾਂ ਬਾਅਦ ਅਚਾਨਕ ਮਿਲਦੇ ਨੇ, ਫਿਰ ਕਿੰਨੀ ਖੁਸ਼ੀ ਹੁੰਦੀ। ਵਿਛੋੜੇ 'ਚ ਹਮੇਸ਼ਾ ਹੀ ਦੁੱਖ ਹੁੰਦਾ, ਮਿਲਾਪ ਦੇ ਵਿੱਚ ਸੁੱਖ ਹੁੰਦਾ ਹੈ। ਅਸੀਂ ਪਰਮਾਤਮਾ ਤੋਂ ਵਿਛੜੇ ਹੋਏ ਹਾਂ, ਇਸ ਲਈ ਅਸੀਂ ਦੁਖੀ ਹਾਂ। ਪਰ ਇਸ ਬੰਦੇ ਨੂੰ ਸਮਝ ਨਹੀਂ ਆਉਂਦੀ ਕਿ ਤੂੰ ਦੁਖੀ ਕਿਉਂ ਹੈ। ਇਹਨੂੰ ਸਮਝ ਨਹੀਂ ਆਉਂਦੀ। ਜੇ ਇਹਨੂੰ ਕੋਈ ਦੱਸਦਾ ਹੈ, ਉਸ ਦੀ ਗੱਲ 'ਤੇ ਇਹਨੂੰ ਵਿਸ਼ਵਾਸ ਨਹੀਂ ਆਉਂਦਾ।
ਇਹ ਦੋਸ਼ ਲਾਉਂਦਾ ਰਹਿੰਦਾ ਦੂਜਿਆਂ 'ਤੇ। ਮੈਂ ਇਸ ਕਾਰਨ ਦੁਖੀ ਹਾਂ, ਮੈਂ ਫਲਾਣੇ ਰਿਸ਼ਤੇਦਾਰ ਨੂੰ ਕਾਰਨ ਦੁਖੀ ਹਾਂ, ਮੈਂ ਫਲਾਣੇ ਕਾਰਨ ਦੁਖੀ ਹਾਂ। ਗੁਰਬਾਣੀ ਕਹੇ ਤੁਸੀਂ ਕਿਸੇ ਕਾਰਨ ਦੁਖੀ ਨਹੀਂ, ਤੁਸੀਂ ਆਪਣੇ ਕਾਰਨ ਹੀ ਦੁਖੀ ਹੋ। ਤੁਸੀਂ ਆਪਣੇ ਲੱਛਣਾਂ ਕਾਰਨ ਦੁਖੀ ਹੋ। ਤੁਸੀਂ ਪਰਮਾਤਮਾ ਦਾ ਹੁਕਮ ਨਹੀਂ ਮੰਨਦੇ, ਇਸ ਲਈ ਪਰਮਾਤਮਾ ਤੁਸੀਂ ਦੂਰ ਚਲੇ ਗਏ ਹੋ। ਜਿਉਂ-ਜਿਉਂ ਤੁਸੀਂ ਪਰਮਾਤਮਾ ਤੋਂ ਦੂਰ ਜਾਈਗੇ ਤਿਉਂ-ਤਿਉਂ ਦੁਖੀ ਹੁੰਦੇ ਜਾਓਗੇ। ਅਤੇ ਸਿਮਰਨ ਕਰਕੇ ਭਜਨ ਬੰਦਗੀ ਜਿਉਂ-ਜਿਉਂ ਤੁਸੀਂ ਪਰਮਾਤਮਾ ਦੇ ਨੇੜੇ ਜਾਈ ਜਾਓਗੇ ਤੁਸੀਂ ਸੁਖੀ ਹੁੰਦੇ ਜਾਓਗੇ। ਅਤੇ ਜਿੱਦੇ ਮਿਲਾਪ ਹੋ ਗਿਆ ਫਿਰ ਸਦੀਵੀ ਸੁੱਖ ਦੀ ਪ੍ਰਾਪਤੀ ਹੋ ਜਾਏਗੀ। ਕਿਉਂਕਿ ਪਰਮਾਤਮਾ ਨਾਲ ਫਿਰ ਜਦੋਂ ਦੁਬਾਰਾ ਮਿਲਾਂਗੇ ਨਾ, ਮੁੜ ਕੇ ਫਿਰ ਵਿਛੋੜਾ ਨਹੀਂ ਹੁੰਦਾ, ਕਿਉਂਕਿ ਸੋਝੀ ਜੋ ਆ ਗਈ ਹੈ। ਬੜੇ ਸਾਲਾਂ ਦੀ ਮਿਹਨਤ ਤੋਂ ਬਾਅਦ ਜਾ ਕੇ ਕਿਤੇ ਪਰਮਾਤਮਾ ਨਾਲ ਮਿਲਾਪ ਹੋਇਆ, ਫਿਰ ਬੰਦਾ ਵਿਛੜਨਾ ਨਹੀਂ ਚਾਹੁੰਦਾ। ਪਹਿਲਾਂ ਬੜੀ ਮੂਰਖਤਾ ਕਰ ਲਈ, ਹੁਣ ਨਹੀਂ ਕਰਨੀ, ਹੁਣ ਨਹੀਂ ਕਰਨੀ। ਆ ਸਾਰੀ ਸਤਸੰਗ ਇਹ ਸਾਧਨ ਹੈ। ਸਤ ਸੰਗਤ ਦੇ ਵਿੱਚ ਆ ਕੇ ਗਿਆਨ ਹੁੰਦਾ ਹੈ। ਫਿਰ ਮਨੁੱਖ ਹੌਲੀ ਹੌਲੀ ਉਸ ਗਿਆਨ ਦੇ ਅਨੁਸਾਰ ਕਰਮ ਕਰਦਾ ਹੈ। ਜਿਉਂ-ਜਿਉਂ ਗੁਰਬਾਣੀ ਅਨੁਸਾਰ ਸਾਡੇ ਕਰਮ ਹੋਈ ਜਾਣਗੇ ਅਸੀਂ ਪਰਮਾਤਮਾ ਦੇ ਨੇੜੇ ਹੁੰਦੇ ਜਾਵਾਂਗੇ। ਜਿਉਂ-ਜਿਉਂ ਪਰਮਾਤਮਾ ਦੇ ਨੇੜੇ ਹੁੰਦੇ ਜਾਵਾਂਗੇ ਤਿਉਂ-ਤਿਉਂ ਸੁਖੀ ਹੁੰਦੇ ਜਾਵਾਂਗੇ। ਅਸੀਂ ਪਰਮਾਤਮਾ ਆਪਣੇ ਹੀ ਕਰਮਾਂ ਕਾਰਨ ਵਿਛੜ ਗਏ। ਕਿਰਤ ਕਰਮ, ਕਿਰਤ ਹੁੰਦੇ ਕੀਤੇ ਹੋਏ, ਕਿਰਤ ਕਰਮ ਕੇ ਵਿਛੜੇ। ਅਸੀਂ ਆਪਣੇ ਹੀ ਕੀਤੇ ਕਰਮਾਂ ਕਾਰਨ ਪਰਮਾਤਮਾ ਤੋਂ ਵਿਛੜ ਗਏ ਹਾਂ। ਕਿਉਂ? ਅਸੀਂ ਮਨਮੁਖ ਸੀ, ਅਸੀਂ ਆਪਣੀ ਮਰਜ਼ੀ ਅਨੁਸਾਰ ਕੰਮ ਕੀਤਾ, ਉਹ ਪਰਮਾਤਮਾ ਨੂੰ ਪਸੰਦ ਨਾ ਆਇਆ। ਇਸ ਲਈ ਉਹ ਸਾਡੇ ਨਾਲ ਨਾਰਾਜ਼ ਹੋ ਗਿਆ ਅਤੇ ਸਾਨੂੰ ਆਪਣੇ ਘਰੋਂ ਕੱਢਤਾ ਕਿ ਦਫਾ ਹੋ ਜਾਓ, ਮੈਂ ਨਹੀਂ ਤੁਹਾਨੂੰ ਰੱਖਦਾ। ਅਤੇ ਉਦੋਂ ਸਾਡਾ ਫਿਰ ਦੁੱਖ ਸ਼ੁਰੂ ਹੋ ਗਿਆ। ਉਦੋਂ ਤੋਂ ਦੁੱਖ ਸ਼ੁਰੂ ਹੋ ਗਿਆ ਅਤੇ ਪਤਾ ਹੀ ਨਹੀਂ ਹੁਣ ਤੱਕ ਕਿੰਨੇ ਜਨਮ ਅਸੀਂ ਬਤੀਤ ਕਰ ਲਏ ਇਸ ਵਿਛੋੜੇ ਦੇ ਵਿੱਚ ਹੀ। ਹੁਣ ਥੋੜ੍ਹੀ ਜਿਹੀ ਸੋਝੀ ਆਈ ਹੈ, ਕੋਸ਼ਿਸ਼ ਕਰ ਰਹੇ ਹਾਂ ਜੇ ਕੋਈ ਗੱਲ ਬਣ ਜਾਏ, ਵੀ ਸ਼ਾਇਦ ਇਸੇ ਜੀਵਨ 'ਚ ਕੋਈ ਗੱਲ ਬਣ ਜਾਏ। ਜਿਨ੍ਹਾਂ ਦੀ ਬਣ ਗਈ ਅਤੇ ਵੱਡੇ ਭਾਗਾਂ ਵਾਲੇ ਨੇ, ਨਹੀਂ ਤਾਂ ਫਿਰ ਦੁਬਾਰਾ ਜਨਮ ਮਿਲੇਗਾ, ਫਿਰ ਯਤਨ ਕਰਾਂਗੇ। ਅੱਗੇ ਕਬੀਰ ਸਾਹਿਬ ਕਹਿੰਦੇ, ਕਬੀਰ ਰਹਿ ਨਾਇਰ ਵਿਛੋਰਿਆ, ਰੌਰੇ ਸੰਖ ਮੰਝੂਰ, ਦੇਵਲ ਦੇਵਲ ਤਾਹੜੀ, ਅੜਾੜ ਬਿਹਾਰੀ ਬਿੰਦੀ। ਤਾਹੜੀ ਹੁੰਦਾ ਤਾੜਾਂ, ਤਾਹਾਂ ਮਾਰਨਾ। ਪਹਿਲਾਂ ਨਾ ਮੈਂ ਦੇਖਿਆ ਜਦੋਂ ਕਿਸੇ ਦਾ ਕੋਈ ਮਰ ਜਾਂਦਾ ਸੀ, ਰਿਸ਼ਤੇਦਾਰ ਮਿਲਣ ਆਉਂਦੇ ਸਨ, ਦੋਨੋਂ ਪਾਸੇ ਖੜ੍ਹੇ ਹੋ ਜਾਂਦੇ ਸਨ ਬੀਬੀਆਂ। ਉਹ ਵੀ ਪਿੱਟਦੀਆਂ ਸਨ, ਉਹ ਵੀ ਪਿੱਟਦੀਆਂ ਸਨ, ਧਾਹਾਂ ਮਾਰਦੀਆਂ ਸਨ। ਇੱਕ ਸਪੈਸ਼ਲ ਉਹਨਾਂ 'ਚ ਬੀਬੀਆਂ ਜਿਹਨੂੰ ਵੈਣ ਪਾਉਣੇ ਆਉਂਦੇ ਸਨ। ਮੈਂ ਇੱਕ ਵਾਰੀ ਨਾ ਵੈਣ ਸੁਣੇ। ਮੈਂ ਕਿਹਾ ਵੀ ਜੇ ਜਾਣ ਤੂੰ 1 ਮਿੰਟ ਹੋਰ ਇੱਥੇ ਖੜ੍ਹਾ ਤੂੰ ਵੀ ਰੋਣ ਲੱਗ ਜਾਏਗਾ ਨਾਲ ਹੀ। ਐਸੇ ਵੈਣ ਪਾਵੇ ਜਿਹਨਾਂ ਦਾ ਕੋਈ ਨਹੀਂ ਸੀ ਮਰ ਗਿਆ, ਉਹਨਾਂ ਦਾ ਵੀ ਰੋਣ ਨੂੰ ਜੀ ਕਰਾਵੇ। ਕਿੰਨਾ ਦੇਰ ਪਿੱਟਦੇ ਰਹਿੰਦੇ, ਫਿਰ ਅੰਦਰ ਵੜਦੇ ਸਨ। ਇੱਕ ਦਰਵਾਜ਼ੇ ਦੇ ਅੰਦਰ ਹੈ ਪਰਿਵਾਰ ਜਿਹਨਾਂ ਦਾ ਮਰ ਗਿਆ ਹੈ, ਦੂਜਾ ਦਰਵਾਜ਼ੇ ਦੇ ਬਾਹਰ ਜਿਹੜਾ ਅਫਸੋਸ ਕਰਨਾ। ਕਿੰਨੀ ਦੇਰ ਜਨਾਨੀਆਂ ਪਿੱਟਦੀਆਂ ਰਹਿੰਦੇ, ਪੱਟਾਂ 'ਤੇ ਹੱਥ ਮਾਰ, ਛਾਤੀ 'ਤੇ ਹੱਥ ਮਾਰ, ਧਾਹਾਂ ਮਾਰ, ਉੱਚੀ ਉੱਚੀ ਰੋਣਾ। ਵੇ ਹੁਣ ਤੇਰਾ ਕੌਣ ਹੈ ਵੇ, ਹੁਣ ਸਾਡਾ ਕੀ ਬਣੇਗਾ ਵੇ, ਤੇਰੇ ਬਿਨਾਂ ਅਸੀਂ ਕਿਵੇਂ ਜੀਵਾਂਗੇ ਵੇ, ਪਤਾ ਨਹੀਂ ਕੀ ਕੁਛ ਕਹਿੰਦੇ। ਮਹੀਨੇ ਕੁ ਬਾਅਦ ਸਾਰੇ ਜਿਉਣ ਦੇ ਹੁੰਦੇ ਨੇ। ਕੋਈ ਨਹੀਂ ਮਰਦਾ ਮੁਰਦਾ ਕਿਸੇ ਲਈ, ਉਹ ਬਸ ਉਹ 2-4 ਘੜੀਆਂ ਹੁੰਦਾ, 2-4 ਦਿਨ ਹੁੰਦਾ। ਸੋ ਕਬੀਰ ਸਾਹਿਬ ਕਹਿੰਦੇ, ਕਬੀਰ ਰਹਿ ਨਾਇਰ ਵਿਛੋਰਿਆ, ਰੌਰੇ ਸੰਖ ਮੰਝੂਰ, ਦੇਵਲ ਦੇਵਲ ਤਾਹੜੀ, ਦੇਸੈ ਉਗਵਤ ਸੂਰ।
ਰਹਿ ਨਾਇਰ ਸਮੁੰਦਰ ਨੂੰ ਕਹਿੰਦੇ ਨੇ। ਵਿਛੋਰਿਆ ਮੈਨੇ ਵਿਛੜ ਗਿਆ। ਸੰਖ ਤੁਸੀਂ ਨਾ ਪਹਿਲਾਂ ਮੰਦਰਾਂ 'ਚ ਗੁਰਦੁਆਰਾਂ 'ਚ ਭੇਜਦੇ ਸੀ, ਸਪੀਕਰ ਨਹੀਂ ਸਨ ਹੁੰਦੇ, ਇਸ ਲਈ ਭਾਈ ਜਾਂ ਪੁਜਾਰੀ ਜਿਹੜਾ ਸੀ ਬੰਦਾ ਸੰਖ ਪੂਰਿਆ ਕਰਦਾ ਸੀ, ਉਹਦੀ ਆਵਾਜ਼ ਬਹੁਤ ਦੂਰ ਤੱਕ ਜਾਂਦੀ ਸੀ, ਲੋਕਾਂ ਨੂੰ ਪਤਾ ਲੱਗ ਜਾਂਦਾ ਸੀ ਭਾਈ ਗੁਰਦੁਆਰਾ ਮੰਦਿਰ ਖੁੱਲ੍ਹ ਗਿਆ ਹੈ, ਵੀ ਉਹ ਭਾਈ ਜਿਹਨਾਂ ਮੱਥਾ ਟੇਕਣਾ ਆ ਕੇ ਟੇਕ ਲਓ। ਉਹ ਸੱਦਣ ਦਾ ਇੱਕ ਢੰਗ ਸੀ। ਅੱਜ ਕੱਲ੍ਹ ਸਪੀਕਰ ਲਾਉਂਦੇ, ਉਹਦੇ 'ਚ ਬੋਲ ਦਿੰਦੇ ਗ੍ਰੰਥੀ ਸਿੰਘ ਅੰਮ੍ਰਿਤ ਵੇਲਾ ਹੋ ਗਿਆ ਜੀ, ਨਹਾ ਧੋ ਕੇ ਗੁਰਦੁਆਰਾ ਸਾਹਿਬ ਪਹੁੰਚੋ ਜੀ, ਅਨਾਊਂਸਮੈਂਟ ਕਰ ਦਿੰਦਾ ਹੈ। ਜੋ ਹੁਣ ਤਾਂ ਜਿਹਨਾਂ ਨੂੰ ਪਤਾ ਵੀ ਇੰਨੇ ਵਜੇ ਗੁਰਦੁਆਰਾ ਸਾਹਿਬ ਖੁੱਲ੍ਹਦਾ ਹੈ, ਉਹ ਮੋਬਾਈਲ 'ਤੇ ਆਪਣਾ ਲਾ ਲੈਂਦੇ ਅਲਾਰਮ, ਉਹਦੇ ਅਨੁਸਾਰ ਪਤਾ ਮੈਂ ਇੰਨੇ ਵਜੇ ਗੁਰਦੁਆਰਾ ਸਾਹਿਬ ਜਾਣਾ, ਉਦੋਂ ਪਹਿਲਾਂ ਉੱਠ ਕੇ ਨਹਾ ਧੋ ਕੇ ਤਿਆਰ ਹੋ ਕੇ ਚਲੇ ਜਾਂਦੇ ਨੇ। ਹੁਣ ਕੋਈ ਬਹੁਤਾ ਜਿਹੜਾ ਸਪੀਕਰਾਂ ਦੀ ਵੀ ਲੋੜ ਨਹੀਂ ਪਈ, ਲੋਕ ਜਿਨ੍ਹਾਂ ਨੇ ਆਉਣਾ ਉਹ ਵੈਸੇ ਹੀ ਆ ਜਾਂਦੇ ਨੇ। ਹੁਣ ਸੰਖ ਨੂੰ ਕਿਹਾ, ਕਬੀਰ ਸੰਖ ਨੂੰ ਕਹਿੰਦੇ ਮਨਜ਼ੂਰ ਮੈਨੇ ਵਿੱਚ, ਹੇ ਸੰਖ ਤੂੰ ਸਮੁੰਦਰ ਤੋਂ ਵਿਛੜ ਗਏ, ਤੂੰ ਸਮੁੰਦਰ ਦੇ ਵਿੱਚ ਹੀ ਰਹਿ, ਨਹੀਂ ਤੇ ਕੀ ਹੋਊਗਾ। ਦੇਵਲ ਮੰਦਰ ਨੂੰ ਕਹਿੰਦੇ, ਦੇਹਰਾ ਵੀ ਮੰਦਰ ਨੂੰ ਕਹਿੰਦੇ, ਦੇਵਲ ਵੀ ਮੰਦਰ ਨੂੰ ਕਹਿੰਦੇ। ਦੇਵਲ ਦੇਵਲ ਤਾਹੜੀ ਦੇਸੈ ਉਗਵਤ ਸੂਰ, ਸੂਰ ਮੇਰੇ ਸੂਰਜ, ਜਦੋਂ ਸੂਰਜ ਚੜ੍ਹੇਗਾ, ਜਦੋਂ ਦਿਨ ਚੜ੍ਹੇਗਾ, ਤੂੰ ਮੰਦਰਾਂ ਦੇ ਵਿੱਚ ਧਾਹਾਂ ਮਾਰੇਗਾ, ਭਾਵ ਕੂਕੇਗਾ ਉੱਚੀ ਉੱਚੀ, ਕੇਵਲ ਫੂਕ ਮਾਰਨ ਨਾ ਵਿੱਚ ਵੱਜੇਗਾ ਨਾ, ਫਿਰ ਤੂੰ ਕੂਕਾ ਮਾਰੇਗਾ, ਭਟਕੇਗਾ, ਦੁਖੀ ਹੋਵੇਗਾ। ਇਸ ਲਈ ਤੂੰ ਨਾ ਸਮੁੰਦਰ 'ਚ ਹੀ ਰਹਿ। ਮਨੁੱਖ ਨੇ ਕਿਹਾ ਹੈ ਮਨੁੱਖ ਤੂੰ ਪਰਮਾਤਮਾ ਦੇ ਨਾਲ ਰਹਿ, ਤੂੰ ਪਰਮਾਤਮਾ ਰੂਪੀ ਸਮੁੰਦਰ ਦੇ ਵਿੱਚ ਹੀ ਰਹਿ, ਉਹਦੇ ਨਾਲ ਨਾ ਵਿਛੜ। ਜੇ ਤੂੰ ਪਰਮਾਤਮਾ ਤੋਂ ਵਿਛੜ ਗਿਆ ਨਾ, ਫਿਰ ਜੂਨਾਂ 'ਚ ਧੱਕੇ ਖਾਈ ਜਾ, ਕਦੇ ਕਿਸੇ ਜੂਨੇ 'ਚ ਕਦੇ ਕਿਸੇ ਜੂਨੇ 'ਚ ਧੱਕੇ ਖਾਈ ਜਾਏਗਾ। ਸੰਖ ਦੀ ਉਦਾਹਰਨ ਦੇ ਕੇ ਸਾਨੂੰ ਸਮਝਾ ਰਹੇ ਨੇ। ਪਹਿਲਾਂ ਸੰਖ ਨੂੰ ਕਿਹਾ ਹੇ ਸੰਖ ਤੂੰ ਸਮੁੰਦਰ ਤੋਂ ਨਾ ਵਿਛੜ, ਰਨਾਇਰ ਸਮੁੰਦਰ, ਵਿਛੋਰਿਆ ਵਿਛੜ ਗਿਆ। ਹੇ ਸਮੁੰਦਰ ਤੋਂ ਵਿਛੜੇ ਹੋਏ ਸੰਖ, ਰੌਰੇ ਸੰਖ ਮਝੂਰ, ਹੇ ਸੰਖ ਤੂੰ ਸਮੁੰਦਰ ਦੇ ਵਿੱਚ ਹੀ ਰਹਿ, ਨਹੀਂ ਤਾਂ ਕੀ ਹੋਏਗਾ। ਦੇਵਲ ਦੇਵਲ ਤਾਹੜੀ ਦੇਸੈ ਉਗਵਤ ਸੂਰ, ਨਹੀਂ ਤਾਂ ਜਦੋਂ ਸੂਰਜ ਚੜ੍ਹੇਗਾ ਤੂੰ ਮੰਦਰਾਂ ਦੇ ਵਿੱਚ ਚੀਕਾਂ ਮਾਰੇਗਾ, ਅਗਲੇ ਤੈਨੂੰ ਵਜਾਉਣਗੇ, ਅਗਲੇ ਤੈਨੂੰ ਵਜਾਉਣਗੇ, ਔਖਾ ਹੋਏਗਾ। ਇਸ ਲਈ ਤੂੰ ਸਮੁੰਦਰ 'ਚ ਹੀ ਰਹਿ। ਅਤੇ ਮਨੁੱਖ ਨੂੰ ਸਮਝਾਇਆ ਹੇ ਇਨਸਾਨ ਤੂੰ ਰੱਬ ਦੇ ਵਿੱਚ ਹੀ ਰਹਿ, ਤੂੰ ਰੱਬ ਦੇ ਨਾਲ ਹੀ ਰਹਿ। ਜੇ ਤੂੰ ਰੱਬ ਤੋਂ ਦੂਰ ਹੋ ਗਿਆ ਨਾ ਤਾਂ ਫਿਰ ਤੇਰਾ ਹਾਲ ਵੀ ਸੰਖ ਵਾਲਾ ਗਿਆ, ਤੂੰ ਵੀ ਭਟਕੀ ਹੋਈ ਜਾਏਗਾ। ਕਦੇ ਤੈਨੂੰ ਕਾਮ ਨੇ ਵਜਾਉਣੇ, ਕਦੇ ਕ੍ਰੋਧ ਨੇ ਵਜਾਣੇ, ਕਦੇ ਤੈਨੂੰ ਲੋਭ ਨੇ ਵਜਾਣੇ, ਕਦੇ ਮੋਹ ਨੇ ਵਜਾਣੇ, ਕਦੇ ਹੰਕਾਰ ਨੇ ਵਜਾਣੇ। ਤੂੰ ਤਾਂ ਇਹਨਾਂ ਦਾ ਗੁਲਾਮ ਹੋ ਜਾਏਗਾ। ਕਿਉਂਕਿ ਜਦੋਂ ਮਨੁੱਖ ਪਰਮਾਤਮਾ ਤੋਂ ਦੂਰ ਹੁੰਦਾ ਫਿਰ ਕਾਮ ਕ੍ਰੋਧ ਲੋਭ ਮੋਹ ਹੰਕਾਰ ਦਾ ਗੁਲਾਮ ਹੋ ਜਾਂਦਾ। ਜਿਉਂ ਜਿਉਂ ਪਰਮਾਤਮਾ ਦੇ ਨੇੜੇ ਜਾਂਦਾ ਇਹਨਾਂ ਦੀ ਗੁਲਾਮੀ 'ਚੋਂ ਨਿਕਲਦਾ ਜਾਂਦਾ, ਇਹਨਾਂ ਦੀ ਗੁਲਾਮੀ 'ਚੋਂ ਨਿਕਲ ਜਾਂਦਾ। ਜਿਵੇਂ ਧਰਤੀ ਹਰ ਇੱਕ ਚੀਜ਼ ਨੂੰ ਹੇਠਾਂ ਖਿੱਚਦੀ ਹੈ, ਆਪਾਂ ਕੋਈ ਚੀਜ਼ ਉੱਪਰ ਸੁੱਟੋ ਧਰਤੀ ਨੂੰ ਖਿੱਚ ਲੈਂਦੀ। ਧਰਤੀ ਆਕਰਸ਼ਣ ਸ਼ਕਤੀ ਹੈ ਜਿਹਨੂੰ ਗ੍ਰੈਵੀਟੇਸ਼ਨ ਕਹਿੰਦੇ। ਧਰਤੀ ਹਰ ਇੱਕ ਚੀਜ਼ ਨੂੰ ਆਪਣੇ ਵੱਲ ਖਿੱਚਦੀ ਹੈ। ਮਨੁੱਖ ਦੀ ਇੱਛਾ ਹੋਈ ਮੈਂ ਦੇਖਾਂ ਵੀ ਧਰਤੀ ਤੋਂ ਪਰਾਂ ਕੀ ਹੈ, ਇੱਛਾ ਹੋਈ ਵੀ ਇਸ ਧਰਤੀ ਤੋਂ ਪਰਾਂ ਕੀ ਹੈ, ਕਿੱਥੇ ਕੁ ਜਾ ਕੇ ਮੁੱਕਦੀ ਹੈ, ਮੈਂ ਦੇਖਾਂ ਤਾਂ ਸਹੀ। ਇਹਨੇ 'ਚ ਹਵਾਈ ਜਹਾਜ਼ ਦੀ ਕਾਢ ਨਿਕਲ ਆਈ। ਪਾਇਲਟ ਜਿਹੜਾ ਸੀ ਉਹਨੇ, ਜਿਹੜਾ ਉਸ ਵੇਲੇ ਦਾ ਰਾਜਾ ਸੀ, ਉਹਨੂੰ ਬੇਨਤੀ ਕੀਤੀ ਮੈਂ ਦੇਖਣਾ ਚਾਹੁੰਦਾ ਕਿ ਇਸ ਧਰਤੀ ਤੋਂ ਪਰਾਂ ਕੀ ਹੈ, ਮੈਨੂੰ ਜਹਾਜ਼ ਦੇ ਦਿਓ। ਉਹ ਕਹਿੰਦੇ ਲੈ ਚਲੇ ਜਾ। ਜਹਾਜ਼ ਦਾ ਹਮੇਸ਼ਾ ਕਨੈਕਸ਼ਨ ਧਰਤੀ ਨਾਲ ਜੁੜਿਆ ਰਹਿੰਦਾ ਹੈ, ਜਿਹੜਾ ਉਹਨਾਂ ਦਾ ਦਫ਼ਤਰ ਨੇ ਉਹਦੇ ਨਾਲ ਹਮੇਸ਼ਾ
ਉਹਨਾਂ ਨੂੰ ਪਤਾ ਲੱਗਦਾ ਵੀ ਜਹਾਜ਼ ਇਸ ਵੇਲੇ ਕਿੱਥੇ ਉੱਡ ਰਿਹਾ, ਐਕਸੀਡੈਂਟ ਤਾਂ ਨਹੀਂ ਹੋ ਗਿਆ, ਠੀਕ ਠਾਕ ਪਹੁੰਚ ਰਿਹਾ, ਆਪਣੇ ਟਿਕਾਣੇ ਵੱਲ ਜਾ ਰਿਹਾ, ਰਾਹ ਤਾਂ ਨਹੀਂ ਭਟਕ ਗਿਆ। ਇਹ ਤਾਂ ਕ੍ਰਿਸ਼ਨ ਜਿਹੜਾ ਹੁੰਦਾ। ਜਦ ਉਹ ਉਡਾਈ ਇੱਕੋ ਪਾਸੇ ਨੂੰ ਮੂੰਹ ਕਰਕੇ ਜਹਾਜ਼ ਦਾ ਉਡਾਈ ਗਿਆ ਵੀ ਦੇਖਾਂਗਾ ਧਰਤੀ ਤੋਂ ਪਰਾਂ ਕੀ ਹੈ, ਅਤੇ ਕੁਝ ਘੰਟਿਆਂ ਬਾਅਦ ਉਹਨੂੰ ਪਤਾ ਲੱਗਾ ਮੈਂ ਜਿੱਥੋਂ ਉੱਡਿਆ ਸੀ ਮੈਂ ਮੁੜ ਕੇ ਉੱਥੇ ਹੀ ਆ ਗਿਆ। ਉਹਨੇ ਕਿਹਾ ਵਾਕਈ ਧਰਤੀ ਗੋਲ ਹੈ, ਅਤੇ ਧਰਤੀ ਨੇ ਇਸ ਜਹਾਜ਼ ਨੂੰ ਆਪਣੇ ਤੋਂ ਪਰਾਂ ਜਾਣ ਹੀ ਨਹੀਂ ਦਿੱਤਾ, ਆਪਣੇ ਆਲੇ ਦੁਆਲੇ ਗੇੜੇ ਲਵਾਈ ਗਈ, ਪਰਾਂ ਨਹੀਂ ਜਾਣ ਦਿੱਤਾ, ਕਿਉਂ ਧਰਤੀ ਤਕੜੀ ਸੀ, ਜਹਾਜ਼ ਦੀ ਤਾਕਤ ਘੱਟ ਸੀ। ਪਰ ਬੰਦੇ 'ਚ ਪ੍ਰਬਲ ਇੱਛਾ ਰਹੀ, ਮੈਂ ਦੇਖਾਂ ਤਾਂ ਸਹੀ ਧਰਤੀ ਦੇ ਭਰਾ ਕੀ ਹੈ। ਫਿਰ ਉਹਨੇ ਰਾਕਟ ਦੀ ਕਾਢ ਕੱਢੀ। ਰਾਕਟ ਜਿਹੜਾ ਹੈ 40,000 ਕਿਲੋਮੀਟਰ ਦੀ ਸਪੀਡ ਨਾਲ ਫਿਰ ਉੱਡਦਾ ਹੈ, ਇਹ 'ਚ ਤਾਕਤ ਬੜੀ ਹੈ। ਜਦੋਂ ਫਿਰ ਰਾਕਟ ਨੂੰ ਉਡਾਇਆ ਨਾ ਧਰਤੀ ਤੋਂ, ਹੁਣ ਰਾਕਟ ਦੀ ਤਾਕਤ ਵੱਧ ਸੀ, ਧਰਤੀ ਦੀ ਖਿੱਚਣ ਸ਼ਕਤੀ ਘੱਟ ਸੀ, ਰਾਕਟ ਧਰਤੀ ਤੋਂ ਬਾਹਰ ਨਿਕਲ ਗਿਆ, ਬਾਹਰ ਨਿਕਲ ਗਿਆ। ਐਂ ਜਦੋਂ ਸਾਡੀ ਭਜਨ ਬੰਦਗੀ ਥੋੜ੍ਹੀ ਹੁੰਦੀ ਹੈ ਨਾ, ਇਹ ਕਾਮ ਕ੍ਰੋਧ ਲੋਭ ਮੋਹ ਹੰਕਾਰ ਸਾਨੂੰ ਆਪਣੇ ਵੱਲੋਂ ਖਿੱਚਦੇ ਨੇ, ਜਾਂਦਾ ਕਿੱਥੇ ਹੈ। ਅਸੀਂ ਬਾਣੀ ਪੜ੍ਹ ਕੇ ਨਾਮ ਜਪ ਕੇ ਇਹਨਾਂ ਦੇ ਵਿੱਚੋਂ ਨਿਕਲਣਾ ਚਾਹੁੰਦੇ ਹਾਂ, ਪਰ ਅਜੇ ਸਾਡੀ ਕਮਾਈ ਘੱਟ ਹੈ ਅਤੇ ਇਹਨਾਂ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੀ ਤਾਕਤ ਵੱਧ ਹੈ। ਅਸੀਂ ਇਹਨਾਂ ਤੋਂ ਅਜੇ ਪਰਾਂ ਨਹੀਂ, ਦੇ ਸ਼ਿਕੰਜੇ 'ਚ ਪਰਾਂ ਨਹੀਂ ਨਿਕਲ ਸਕਦੇ। ਜਿਉਂ ਫਿਰ ਨਾਮ ਜਪੀ ਜਾਂਦੇ ਹਾਂ, ਜਪੀ ਜਾਂਦੇ ਹਾਂ, ਜਪੀ ਜਾਂਦੇ ਹਾਂ, ਸਾਡੀ ਸ਼ਕਤੀ ਵੱਧਦੀ ਜਾਂਦੀ ਹੈ। ਫਿਰ ਅਸੀਂ ਹੋ ਸਕਦਾ ਕਦੇ ਕਾਮ ਤੋਂ ਪਰਾਂ ਨਿਕਲ ਜਾਈਏ, ਹੋ ਸਕਦਾ ਕੋਈ ਕ੍ਰੋਧ ਤੋਂ ਨਿਕਲ ਜਾਏ, ਕੋਈ ਲੋਭ 'ਚੋਂ ਨਿਕਲ ਜਾਏ, ਕੋਈ ਮੋਹ 'ਚੋਂ ਨਿਕਲ ਜਾਏ। ਹੌਲੀ ਹੌਲੀ ਭਜਨ ਬੰਦਗੀ ਕਰਦਾ 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 ਪੰਜਾਂ ਦੇ ਸ਼ਿਕੰਜੇ 'ਚ ਬਾਹਰ ਨਿਕਲ ਜਾਂਦਾ। ਬਸ ਫਿਰ ਅੱਗੇ ਤਾਂ ਰੱਬ ਫਿਰ ਨੇੜੇ ਹੀ ਹੈ। ਇਹੀ ਨਹੀਂ ਮਿਲਣ ਦਿੰਦੇ, ਇਹ ਪੰਜੇ ਨਹੀਂ ਸਾਨੂੰ ਮਿਲਣ ਦਿੰਦੇ, ਵੀ ਜਾਂਦਾ ਕਿੱਥੇ ਹੈ। ਅਸੀਂ ਕੋਸ਼ਿਸ਼ ਕਰਦੇ ਹਾਂ ਇਹਨਾਂ ਦੇ ਵਿੱਚ, ਇਹਨਾਂ ਦੇ ਸ਼ਿਕੰਜੇ 'ਚੋਂ ਨਿਕਲਣ ਦੀ, ਪਰ ਇਹਨਾਂ ਦਾ ਸ਼ਿਕੰਜਾ ਬੜਾ ਤਗੜਾ ਹੋ ਗਿਆ, ਜਾਂਦਾ ਕਿੱਥੇ ਹੈ। ਕੋਈ ਕਾਮ ਕਦੇ ਸਾਨੂੰ ਜੱਫਾ ਮਾਰ ਲੈਂਦਾ, ਕਦੇ ਕ੍ਰੋਧ, ਕਦੇ ਲੋਭ, ਕਦੇ ਮੋਹ, ਕਦੇ ਹੰਕਾਰ, ਛੱਡਦੇ ਨਹੀਂ ਇਹ। ਪਰ ਧਰਮ ਕਹਿੰਦਾ ਤੁਸੀਂ ਨਾਮ ਜਪੀ ਜਾਓ, ਜਪੀ ਜਾਓ, ਤੁਹਾਡੇ ਅੰਦਰ ਸ਼ਕਤੀ ਵੱਧਦੀ ਜਾਏਗੀ, ਵੱਧਦੀ ਜਾਏਗੀ, ਵੱਧਦੀ ਜਾਏਗੀ। ਇੱਕ ਦਿਨ ਨਾਮ ਦੀ ਸ਼ਕਤੀ ਇਤਨੀ ਅੰਦਰ ਹੋ ਜਾਏਗੀ ਕਿ ਇਹਨਾਂ ਦੀ ਕੋਈ ਪੇਸ਼ ਨਹੀਂ ਜਾਏਗੀ, ਤੁਸੀਂ ਇਹਨਾਂ ਦੇ ਸ਼ਿਕੰਜੇ 'ਚ ਬਾਹਰ ਨਿਕਲ ਜਾਓਗੇ। ਅਤੇ ਜਿਉਂ ਹੀ ਅਸੀਂ ਇਹਨਾਂ ਪੰਜਾਂ ਦੇ ਸ਼ਿਕੰਜੇ 'ਚ ਨਿਕਲਦੇ ਹਾਂ, ਫਿਰ ਪਰਮਾਤਮਾ ਦੀ ਪ੍ਰਾਪਤੀ ਬੜੀ ਛੇਤੀ ਹੋ ਜਾਂਦੀ ਹੈ। ਜਿਵੇਂ ਧਰਤੀ ਦੀ ਖਿੱਚਣ ਸ਼ਕਤੀ 'ਚੋਂ ਬਾਹਰ ਨਿਕਲਣ 'ਤੇ ਬੜਾ ਹੀ ਜ਼ੋਰ ਰਾਕਟ ਦਾ ਲੱਗਦਾ ਹੈ, ਪਰ ਜਦੋਂ ਖਿੱਚਣ ਸ਼ਕਤੀ ਤੋਂ ਬਾਹਰ ਨਿਕਲ ਜਾਂਦਾ ਹੈ, ਫਿਰ ਚੰਨ ਵੱਲ ਨੂੰ ਭੱਜਿਆ ਹੀ ਜਾਂਦਾ, ਸਪੀਡ ਆਪੇ ਹੀ ਵੱਧ ਜਾਂਦੀ ਉਹਦੀ। ਕਿਉਂ? ਅੱਗੇ ਫਿਰ ਚੰਨ ਖਿੱਚਣਾ ਸ਼ੁਰੂ ਕਰ ਦਿੰਦਾ, ਭਾਵੇਂ ਉਹਦੀ ਸ਼ਕਤੀ ਘੱਟ ਹੈ ਖਿੱਚਣ ਦੀ। ਧਰਤੀ 'ਤੇ ਜੇ ਆਪਾਂ 1 ਫੁੱਟ ਉੱਚਾ ਛਾਲ ਮਾਰੀਏ ਨਾ, ਚੰਨ 'ਤੇ 6 ਫੁੱਟ ਉੱਚੀ ਛਾਲ ਵੱਜਦੀ ਹੈ। ਇਸ ਤੋਂ ਸਾਫ਼ ਜ਼ਾਹਰ ਹੈ ਕਿ ਧਰਤੀ ਦੀ ਜਿਹੜੀ ਆਕਰਸ਼ਣ ਸ਼ਕਤੀ ਹੈ ਉਹ ਚੰਨ ਨਾਲ 6 ਗੁਣਾ ਵੱਧ ਹੈ। ਤੁਸੀਂ ਚੰਨ ਦੇ ਥੋੜ੍ਹੇ ਉੱਪਰ ਉੱਠੋ, ਉਹ ਛੱਤ ਨੂੰ ਜਾ ਲੱਗੋਗੇ, ਨਾ ਉੱਠ ਜਾਓ, ਉੱਪਰ ਉੱਠ ਜਾਓਗੇ। ਕਿਉਂ? ਉਹਦੀ ਆਕਰਸ਼ਣ ਸ਼ਕਤੀ ਘੱਟ ਹੈ, ਖਿੱਚਣ ਸ਼ਕਤੀ ਘੱਟ ਹੈ, ਇਸ ਲਈ ਤੁਸੀਂ ਉੱਡਦੇ ਜਾਓਗੇ ਉੱਪਰ ਨੂੰ। ਸਿਮਰਨ ਕਰਦੇ ਕਰਦੇ ਕਈਆਂ ਦੇ ਜੀਵਨ 'ਚ ਐਸਾ ਹੁੰਦਾ, ਚੌਂਕੜੀ ਮਾਰ ਕੇ ਬੈਠੇ ਨੇ, ਸਿਮਰਨ ਦਾ ਇੰਨਾ ਅੰਦਰ ਜ਼ੋਰ ਵਧਿਆ ਕਿ ਉਹ ਧਰਤੀ ਤੋਂ ਉੱਪਰ ਉੱਠ ਗਏ, ਚੌਂਕੜੀ ਮਾਰੇ ਹੀ ਉੱਪਰ ਨੂੰ ਜਾ ਰਹੇ ਨੇ, ਛੱਤ ਦੇ ਨਾਲ ਜਾ ਲੱਗ ਰਹੇ, ਉੱਥੇ ਅਟਕੇ ਹੋਏ ਨੇ, ਹੇਠਾਂ ਨਹੀਂ ਡਿੱਗ ਰਹੇ, ਕਾਸੇ ਦੇ ਆਸਰੇ ਨਹੀਂ, ਨਾਮ ਹੀ ਉਹਨਾਂ ਉੱਪਰ ਨੂੰ ਲਈ ਜਾਂਦਾ, ਇਹ ਨਾਮ ਉੱਪਰ ਨੂੰ ਲੈ ਜਾਂਦਾ। ਇਸ ਤਰ੍ਹਾਂ ਜਿਉਂ ਜਿਉਂ ਅਸੀਂ ਪਰਮਾਤਮਾ ਦਾ ਨਾਮ ਜਪੀ ਜਾਂਦੇ ਹਾਂ, ਇਹ ਬੁਰਾਈਆਂ 'ਤੇ ਫਤਿਹ ਪਾਉਂਦੇ ਜਾਂਦੇ ਹਨ। ਅਤੇ ਜਦੋਂ ਹਰ ਪ੍ਰਕਾਰ ਦੀ ਬੁਰਾਈ ਸਾਡੇ ਅੰਦਰ ਖਤਮ ਹੋ ਜਾਏਗੀ, ਫਿਰ ਪਰਮਾਤਮਾ ਨਾਲ ਮੇਲ 'ਤੇ ਛੇਤੀ ਹੋ ਜਾਏਗਾ, ਕਿਉਂਕਿ ਮਨ ਸਾਫ਼ ਹੋ ਜਾਏਗਾ। ਜਦੋਂ ਮਨ ਸਾਫ਼ ਹੋ ਗਿਆ, ਪਰਮਾਤਮਾ ਨੇ ਪ੍ਰਗਟ ਹੋ ਜਾਣਾ। ਉਹਨੇ ਕਿਹੜਾ ਕਿਤੋਂ ਆਉਣਾ, ਪਰਮਾਤਮਾ ਨੇ ਕਿਤੋਂ ਨਹੀਂ ਆਉਣਾ ਹੁੰਦਾ, ਸਾਡੇ ਅੰਦਰ ਹੀ ਹੈ। ਉਹ ਤਾਂ ਸਭ ਤੇ ਕਣ ਕਣ ਮੇ ਭਗਵਾਨ ਕਹਿੰਦੇ, ਉਹ ਤੱਕ ਉਹਦੀ ਪ੍ਰਗਟ ਹੋ ਜਾਣਾ। ਇਸ ਲਈ ਕਬੀਰ ਸਾਹਿਬ ਨੇ ਸੰਖ ਦੀ ਉਦਾਹਰਨ ਦੇ ਕੇ ਮਨੁੱਖ ਨੂੰ ਸਮਝਾਇਆ। ਸੰਖ ਨੂੰ ਕਹੇ ਤੂੰ ਸਮੁੰਦਰ 'ਚ ਹੀ ਰਹਿ,
ਸਮੁੰਦਰ ਨਾਲ ਵਿਛੜ ਕੇ ਤੂੰ ਫਿਰ ਮੰਦਰਾਂ ਦੇ ਵਿੱਚ ਕੂਕੇਂਗਾ, ਮੰਦਰਾਂ 'ਚ ਭਟਕੇਂਗਾ। ਇਸ ਲਈ ਤੂੰ ਸਮੁੰਦਰ 'ਚ ਹੀ ਰਹਿ, ਸੁਖੀ ਰਹੇਂਗਾ। ਅਤੇ ਮਨੁੱਖ ਨੂੰ ਕਿਹਾ ਤੂੰ ਰੱਬ ਦੇ ਨੇੜੇ ਰਹਿ, ਸੁਖੀ ਰਹੇਂਗਾ। ਜਦੋਂ ਤੂੰ ਰੱਬ ਤੋਂ ਦੂਰ ਹੋਏਗਾ ਤੂੰ ਦੁਖੀ ਹੋਏਗਾ। ਅਤੇ ਜਿਹੜੇ ਅਸੀਂ ਦੁੱਖ ਭੋਗ ਰਹੇ ਹਾਂ, ਇਹਦਾ ਮਤਲਬ ਅਸੀਂ ਰੱਬ ਤੋਂ ਦੂਰ ਹਾਂ, ਇਸ ਕਰਕੇ ਦੁੱਖ ਨੇ। ਕਿਉਂ? ਅਸੀਂ ਜੋ ਕਰਮ ਕੀਤੇ, ਕਿਸੇ ਨੇ ਕਾਮ ਦੇ ਅਧੀਨ ਕੀਤੇ ਤਾਂ ਵੀ ਦੁੱਖ ਸ਼ੁਰੂ ਹੋ ਗਿਆ, ਕਿਸੇ ਨੇ ਲੋਭ ਕਰਕੇ ਕੀਤੇ, ਕਿਸੇ ਨੇ ਮੋਹ ਕਰਕੇ ਕੀਤੇ, ਕਿਸੇ ਨੇ ਕ੍ਰੋਧ ਜਾ ਕੇ ਕੀਤੇ, ਕਿਸੇ ਨੇ ਹੰਕਾਰ ਜਾ ਕੇ ਕੀਤੇ, ਉਹ ਦੁੱਖ ਦਾ ਕਾਰਨ ਬਣ ਗਏ, ਉਹ ਦੁੱਖ ਦਾ ਕਾਰਨ ਬਣ ਗਏ। ਜੇ ਅਸੀਂ ਰੱਬ ਦੇ ਨਾਲ ਹੀ ਰਹਿੰਦੇ ਤਾਂ ਫਿਰ ਸਾਡਾ ਇਹ ਚੀਜ਼ ਹੋਣੀ ਨਹੀਂ ਸਨ ਸਾਡੇ ਵਿੱਚ, ਅਸੀਂ ਦੁਖੀ ਨਹੀਂ ਸੀ ਹੋਣਾ। ਇਸ ਲਈ ਕਬੀਰ ਸਾਹਿਬ ਕਹਿੰਦੇ ਭਾਈ ਤੂੰ ਨਾਮ ਜਪ, ਨਾਮ ਜਪ ਜਪ ਕੇ ਤੂੰ ਪਰਮਾਤਮਾ ਦੇ ਨੇੜੇ ਚਲਿਆ ਜਾ, ਹੌਲੀ ਹੌਲੀ ਉਸ ਦੇ ਵਿੱਚ ਮਿਲ ਜਾਏਗਾ, ਇਨਸਾਨ ਤੂੰ ਸੁਖੀ ਹੋ ਜਾਏਗਾ। ਅੱਗੇ ਕਹਿੰਦੇ ਕਬੀਰ ਸੂਤਾ ਕਿਆ ਕਰੇ, ਜਾਗ ਰੋਏ ਭੈ ਦੁਖ, ਜਾ ਕਾ ਬਾਸਾ ਗੋਰ ਮਹਿ, ਸੋ ਕਿਉ ਸੋਵੈ ਸੁਖ। ਕਬੀਰ ਸਾਹਿਬ ਕਹਿੰਦੇ ਹੇ ਇਨਸਾਨ, ਤੂੰ ਸੁੱਤਾ ਹੋਇਆ ਕੀ ਕਰ ਰਿਹਾ? ਤੂੰ ਸੁੱਤੇ ਹੈ ਕੀ ਕਰ ਰਿਹਾ ਤੂੰ? ਜਾਗ ਉੱਠ, ਰੋਏ ਭੈ ਦੁੱਖ। ਜਮਾਂ ਦੇ ਦੁੱਖ, ਜਮਾਂ ਦੇ ਭੈ ਨੂੰ ਯਾਦ ਕਰਕੇ ਤੂੰ ਰੋ, ਭਾਵ ਤੂੰ ਪਰਮਾਤਮਾ ਨਾਮ ਜਪ, ਨਹੀਂ ਤਾਂ ਜਮ ਤੈਨੂੰ ਕੁੱਟਣਗੇ, ਮਾਰਨਗੇ, ਸਜ਼ਾ ਦੇਣਗੇ। ਉਹਨਾਂ ਦਾ ਭੈ ਮੰਨ, ਨਹੀਂ ਤਾਂ ਤੈਨੂੰ ਦੁੱਖ ਦੇਣਗੇ। ਇਸ ਲਈ ਤੂੰ ਰੋ, ਪਰਮਾਤਮਾ ਅੱਗੇ ਤਰਲੇ ਕੱਢ, ਪਰਮਾਤਮਾ ਦਾ ਨਾਮ ਜਪ। ਸੁੱਤਾ ਹੋਇਆ ਕੀ ਕਰਦਾ? ਉੱਠ। ਵੇ ਸੁੱਤਾ ਕਿਆ, ਸੁੱਤਾ ਕੀ ਕਰ ਰਹੇ, ਕਿਉਂ ਸੌਂ ਰਹੇ ਹੈਂ? ਉੱਠ, ਨਾਮ ਜਪ, ਨਹੀਂ ਫਿਰ ਜਮਦੂਤ ਤੈਨੂੰ ਡਰਾਉਣਗੇ, ਤੈਨੂੰ ਦੁੱਖ ਦੇਣਗੇ। ਜਾ ਕਾ ਬਾਸਾ ਗੋਰ ਵਹਿ, ਆਮ ਸ਼ਬਦ ਕਹਿੰਦੇ ਕਬਰ, ਫਾਰਸੀ ਉਹਨੂੰ ਕਹਿੰਦੇ ਨੇ ਗੋਰ, ਗੋਰ ਬਣੇ ਕਬਰ। ਮੁਸਲਮਾਨ ਈਸਾਈ ਲੋਕ ਆਪਣੇ ਮੁਰਦਿਆਂ ਨੂੰ ਕਬਰਾਂ 'ਚ ਦੱਬਦੇ ਨੇ, ਧਰਤੀ ਦੱਬ ਦਿੰਦੇ ਨੇ, ਉਹਨੂੰ ਕਹਿੰਦੇ ਕਬਰ ਪੁੱਟੀ ਹੈ ਜਿਹਦੀ। ਪਹਿਲਾਂ ਕਹਿੰਦਾ ਸੀ ਵੀ ਕਈਆਂ ਨਾਲ ਪੁੱਟਦੇ ਸੀ, ਅੱਜ ਕੱਲ੍ਹ ਮਸ਼ੀਨ ਲੈਂਦੇ, ਉਹਦੇ ਨਾਲ ਕਬਰ ਪੁੱਟ ਦਿੰਦੇ, ਮੁਰਦਾ ਵਿੱਚ ਰੱਖਿਆ, ਉੱਤੇ ਮਿੱਟੀ ਪਾਈ, ਬਰਾਬਰ ਕੀਤਾ, ਚਲੋ ਜੀ। ਜਾ ਕਾ ਵਾਸਾ ਗੋਰ ਮੈਂ, ਜਿਹਦਾ ਵਾਸਾ ਕਬਰ 'ਚ ਹੋਣਾ, ਸੋ ਕਿਉ ਸੋਵੈ ਸੁਖ, ਉਹ ਸੁੱਖ ਨਾਲ ਕਿਉਂ ਸੌਂ ਰਿਹਾ? ਉਹ ਜਾਗ, ਤੂੰ ਨਾਮ ਜਪ, ਤੂੰ ਇੱਕ ਦਿਨ ਮਰ ਜਾਣਾ, ਤੇਰਾ ਵਾਸਾ ਕਬਰਾਂ 'ਚ ਹੋ ਜਾਣਾ, ਜਿਵੇਂ ਮੜੀਆਂ ਚੱਪ ਜਾਣੇ। ਸਮਝਾਇਆ? ਤੂੰ ਸਦਾ ਨਹੀਂ ਜਿਉਂਦੇ ਰਹਿਣਾ, ਤੇਰਾ ਵਾਸਾ ਕਬਰਾਂ 'ਚ ਹੋਣਾ, ਹਾਲੇ ਤੈਨੂੰ ਮਿੱਟੀ ਦੱਬ ਦੇਣਾ। ਅਜੇ ਵੇਲੇ ਤੂੰ ਸੁੱਤਾ ਪਿਆ, ਤੂੰ ਗਾਫਲ ਹੈ, ਤੂੰ ਅਗਿਆਨੀ ਹੈ। ਇੱਥੇ ਸੌਣ ਤੋਂ ਮਤਲਬ ਹੈ ਅਗਿਆਨਤਾ ਦੀ ਨੀਂਦ ਸੌਣਾ। ਕਈ ਬੰਦਾ ਜਾਗਦਾ ਹੁੰਦਾ ਪਰ ਨਾ ਬਾਣੀ ਪੜ੍ਹਦਾ, ਨਾ ਨਾਮ ਜਪਦਾ, ਨਾ ਸਤਸੰਗ ਕਰਦਾ, ਉਹ ਸੁੱਤਾ ਹੀ ਹੈ। ਧਰਮ ਅਨੁਸਾਰ ਉਹ ਸੁੱਤਾ ਹੋਇਆ ਹੈ। ਅਗਿਆਨੀ ਨੂੰ ਕਹਿੰਦੇ ਸੁੱਤਾ ਹੋਇਆ, ਗਿਆਨੀ ਨੂੰ ਕਹਿੰਦੇ ਜਾਗਦਾ ਹੈ। ਸੋ ਇਸ ਲਈ ਮਨੁੱਖ ਸੁੱਤਾ ਹੋਇਆ ਹੈ, ਉਹਨੂੰ ਜਗਾ ਰਹੇ ਨੇ। ਕਹਿੰਦੇ ਇੱਕ ਦਿਨ ਤੇਰਾ ਵਾਸਾ ਕਬਰਾਂ 'ਚ ਹੋਣਾ, ਉੱਠ, ਨਾਮ ਜਪ ਲੈ। ਕਬੀਰ ਸੂਤਾ ਕਿਆ ਕਰੈ, ਉੱਠ ਕੇ ਨਾ ਜਪੈ ਮੁਰਾਰ, ਇੱਕ ਦਿਨ ਸੋਵਨ ਹੋਏਗੋ, ਲਾਂਬੇ ਗੋੜ ਪਸਾਰ। ਐਂ ਕਈ ਸਾਲਾਂ ਦੀ ਗੱਲ ਹੈ, ਮੈਂ ਲੱਤਾਂ ਨਸਾਲ ਕੇ ਲੇਟਿਆ ਹੋਇਆ, ਅਚਾਨਕ ਮੈਨੂੰ ਕਬੀਰ ਸਾਹਿਬ ਦੀ ਲਾਈਨ ਯਾਦ ਆ ਗਈ। ਕਬੀਰ ਸੂਤਾ ਕਿਆ ਕਰੇ, ਉੱਠ ਕੇ ਨਾ ਜਪੈ ਮੁਰਾਰ, ਇੱਕ ਦਿਨ ਸੋਵਨ ਹੋਏਗੋ, ਲਾਂਬੇ ਗੋੜ ਪਸਾਰ। ਮੈਂ ਉਹਦੀ ਆਪਣੀ ਲੱਤਾਂ ਇਕੱਠੀਆਂ ਕਰ ਲਈਆਂ, ਉੱਠ ਖੜਿਆ ਕਿ ਮੈਨੂੰ ਲਾਈਨ ਯਾਦ ਆ ਗਈ ਨਾ।
ਕਹਿੰਦਾ ਸੁੱਤਾ ਕੀ ਕਰਦਾ, ਉੱਠ ਕੇ ਨਾਮ ਕਿਉਂ ਨਹੀਂ ਜਪਦਾ। ਇੱਕ ਦਿਨ ਸੋਵਨ ਹੋਏ ਗੋ ਲਾਂਬੇ ਗੋਡ ਪਸਾਰ, ਇੱਕ ਦਿਨ ਲੰਮੀਆਂ ਲੱਤਾਂ ਪਸਾਰ ਕੇ ਤੂੰ ਕਬਰਾਂ 'ਚ ਸੁੱਤਾ ਹੋਏਗਾ, ਫਿਰ ਸੌਂ ਲਈ, ਸਦੀਆਂ ਤੱਕ ਸੁੱਤਾ ਰਹੇ। ਹੁਣ ਕਿਉਂ ਸੌਣਾ ਕਹੇ, ਹੁਣ ਉੱਠ ਨਾਮ ਜਪ, ਇੱਕ ਦਿਨ ਤੂੰ ਸੌਣਾ ਹੀ ਹੈ, ਔਰ ਬੜੀ ਲੰਮੀ ਨੀਂਦ ਸੌਣਾ। ਪਤਾ ਨਹੀਂ ਕਦੋਂ ਕੋਈ ਕਬਰ ਮੁੜ ਕੇ ਪੁੱਟੇਗਾ। ਸਮਝਾਇਆ ਇੱਕ ਦਿਨ ਤਾਂ ਸੌਣਾ ਹੀ ਸੌਣਾ, ਸਦਾ ਦੀ ਨੀਂਦ ਸੌਂ ਜਾਣਾ। ਹੁਣ ਉੱਠ, ਸਾਵਧਾਨ ਹੋ, ਨਾਮ ਜਪ ਲੈ ਕਰਦੇ। ਕਬੀਰ ਸੂਤਾ ਕਿਆ ਕਰੇ, ਬੈਠਾ ਰੋ ਅਰ ਜਾਗ, ਜਾ ਕੇ ਸੰਗ ਤੇ ਵਿਛਰਾ, ਤਾਹੀ ਕੇ ਸੰਗ ਲਾਗ। ਕਬੀਰ ਸੂਤਾ ਕਿਆ ਕਰੇ, ਸੁੱਤਾ ਹੋਇਆ ਕੀ ਕਰੇ, ਬੈਠਾ ਰਹੋ ਅਰ ਜਾਗ, ਜਾਗ ਉੱਠ ਬੈਠ। ਕਹਿੰਦੇ ਜਾਗ, ਸੁੱਤਾ ਕੀ ਕਰਦਾ, ਜਾਗ ਉੱਠ ਬੈਠ। ਜਾ ਕੇ ਸੰਗ ਤੇ ਵਿਛਰਾ, ਜਿਸ ਦੀ ਸੰਗਤ ਨਾਲ ਤੂੰ ਵਿਛੜ ਗਿਆ ਹੈ, ਤਾਹੀ ਕੇ ਸੰਗ ਲਾਗ, ਉਹਦੀ ਸੰਗਤ 'ਚ ਜਾ, ਉਹਦਾ ਹੀ ਸੰਗਤ ਕਰ ਜਿਸ ਤੋਂ ਤੂੰ ਵਿਛੜ ਗਿਆ। ਅਤੇ ਅਸੀਂ ਰੱਬ ਤੋਂ ਵਿਛੜੇ ਹੋਏ ਹਾਂ, ਅਤੇ ਰੱਬ ਨਾਲ ਹੀ ਜਾ ਕੇ ਮਿਲਣਾ, ਅਤੇ ਉਹਦਾ ਸਾਧਨ ਹੈ ਸਿਮਰਨ, ਉਹਦਾ ਸਾਧਨ ਹੈ ਭਜਨ ਬੰਦਗੀ। ਭਜਨ ਬੰਦਗੀ ਦੀ ਸੋਝੀ ਕਿਹਨੂੰ ਆਉਂਦੀ, ਜਿਹੜਾ ਸਤ ਸੰਗਤ ਕਰਦਾ, ਦੂਜੇ ਨੂੰ ਸੋਝੀ ਨਹੀਂ ਆਉਂਦੀ। ਦੂਜੇ ਨੂੰ ਤਾਂ ਜ਼ਿੰਦਗੀ ਦਾ ਚੱਜ ਅਚਾਰ ਹੀ ਨਹੀਂ ਆਉਂਦਾ। ਤੁਸੀਂ ਭਾਵੇਂ ਕਿੰਨੇ ਪੜ੍ਹੇ ਲਿਖੇ ਕਿਉਂ ਨਾ ਹੋ, ਗੁਰਬਾਣੀ ਤੋਂ ਬਿਨਾਂ ਤੁਹਾਨੂੰ ਚੱਜ ਹੀ ਨਹੀਂ ਆਏਗਾ। ਗੁਰ ਮਿਲ ਚੱਜ ਅਚਾਰ ਸਿੱਖ, ਤੁਧ ਕਦੇ ਨਾ ਲੱਗੇ ਦੁੱਖ। ਗੁਰੂ ਨੂੰ ਮਿਲ ਕੇ ਜੀਵਨ ਜਾਚ ਸਿੱਖ, ਫਿਰ ਤੈਨੂੰ ਦੁੱਖ ਨਹੀਂ ਹੋਏਗਾ। ਅਸੀਂ ਤਾਂ ਕੁਚੱਜੇ ਹਾਂ, ਪੜ੍ਹੇ ਹੋਏ ਹਾਂ, ਕੁਚੱਜੇ ਹਾਂ। ਪੜ੍ਹੇ ਹੋਏ ਸ਼ਰਾਬ ਪੀ ਰਹੇ ਨੇ, ਪੜ੍ਹੇ ਹੋਏ ਅਫੀਮ ਖਾ ਰਹੇ ਨੇ, ਪੜ੍ਹੇ ਹੋਏ ਨਸ਼ੇ ਕਰ ਰਹੇ ਨੇ, ਪੜ੍ਹੇ ਹੋਏ ਭੁੱਕੀਆਂ ਖਾ ਰਹੇ ਨੇ, ਪੜ੍ਹੇ ਹੋਏ ਬੀੜੀਆਂ ਸਿਗਰਟਾਂ ਪੀ ਰਹੇ ਨੇ, ਪੜ੍ਹੇ ਪੀ ਰਹੇ। ਫਿਰ ਇਸ ਪੜ੍ਹਾਈ ਦਾ ਕਿਆ ਫਾਇਦਾ? ਊਂ ਹੀ ਕਹਿ ਮੈਂ ਪੜ੍ਹਿਆ ਹੋਇਆ, ਹੈ ਤਾਂ ਤੂੰ ਬੇਵਕੂਫ। ਤੈਨੂੰ ਇੰਨਾ ਹੀ ਗਿਆਨ ਨਹੀਂ ਕਿ ਮੈਂ ਸ਼ਰਾਬ ਪੀ ਰਿਹਾ, ਮੈਂ ਅਫੀਮ ਖਾ ਰਿਹਾ, ਮੈਂ ਭੁੱਕੀ ਖਾ ਰਿਹਾ, ਮੈਂ ਬੀੜੀ ਸਿਗਰਟ ਪੀ ਰਿਹਾ। ਇਹ ਪੜ੍ਹੇ ਲਿਖਿਆਂ ਦੀ ਕੋਈ ਨਿਸ਼ਾਨੀ। ਕਿਉਂ? ਸਤ ਸੰਗਤ ਕਰਨੀ ਨਹੀਂ, ਗਿਆਨ ਹੋਣਾ ਨਹੀਂ, ਚੱਜ ਚਾਰ ਆਉਣਾ ਨਹੀਂ। ਨਿਰੀ ਪੜ੍ਹਾਈ ਨਹੀਂ ਸੁਖੀ ਕਰਦੀ ਬੰਦੇ ਨੂੰ, ਜੇ ਚੱਜ ਚਾਰ ਹੀ ਨਹੀਂ ਆਉਂਦਾ। ਜੇ ਜ਼ਿੰਦਗੀ ਜਿਉਣ ਦਾ ਚੱਜ ਆ ਜੇ, ਭਾਵੇਂ ਅਨਪੜ੍ਹ ਤਾਂ ਵੀ ਸੁਖੀ ਹੋ ਜਾਓਗੇ। ਜੀਵਨ ਦੇ ਅੰਦਰ ਚੱਜ ਆ ਜੇ। ਮੈਂ ਕਈ ਗਰੀਬਾਂ ਨੂੰ ਵੇਖਦਾ, ਮੈਂ ਇਹਨਾਂ ਦੀ ਕਦੇ ਵੀ ਗਰੀਬੀ ਨਹੀਂ ਦੂਰ ਹੋ ਸਕਦੀ। ਇਹ ਨਹੀਂ ਹੋ ਸਕਦੀ। ਇਹਨੂੰ ਤਾਂ ਚੱਜ ਹੀ ਨਹੀਂ ਹੈਗਾ। ਨਾ ਇਹ ਸਾਤਸੰਗ ਕਰਦੇ, ਨਾ ਇਹਨੂੰ ਕੋਈ ਗਿਆਨ। ਇਹ ਤਾਂ ਸ਼ਰਾਬਾਂ ਪੀ ਜਾਂਦੇ ਨੇ, ਇਹ ਤਾਂ ਨਸ਼ੇ ਕਰਦੇ ਨੇ, ਇਹ ਜਿੰਨਾ ਕਮਾਉਂਦੇ ਨੇ ਉਹਨਾਂ ਸ਼ਾਮ ਤੱਕ ਉਜਾੜ ਦਿੰਦੇ ਨੇ। ਇਹ ਤਾਂ ਕਦੇ ਵੀ ਨਹੀਂ ਅਮੀਰ ਹੋ ਸਕਦੇ। ਕਿਉਂ? ਸੋਝੀ ਕੋਈ ਨਹੀਂ। ਸੋਝੀ ਤੇ ਸਤਸੰਗ 'ਚ ਆ ਕੇ ਹੋਣੀ ਸੀ। ਸਤਸੰਗ ਇਹ ਲੋਕ ਕਰਦੇ ਨਹੀਂ ਹੈਗੇ। ਐਸੇ ਠੇਕਿਆਂ 'ਤੇ ਚਲੇ ਜਾ, ਹਾਤਿਆਂ 'ਚ ਦੇਖੋ ਕਿੰਨੀਆਂ ਰੌਣਕਾਂ ਲੱਗੀਆਂ ਹੋਈਆਂ। ਜਿਹੜੇ ਹੋਟਲ ਨੇ ਜਿੱਥੇ ਸ਼ਰਾਬ ਸ਼ੁਰੂ ਵਰਤਾਈ ਨੇ, ਬੜੀਆਂ ਰੌਣਕਾਂ ਹੋਣਗੀਆਂ ਉੱਥੇ। ਔਰ ਇੰਨੀ ਗੁਰਦੁਆਰਾ ਲਾਈਟ ਨਹੀਂ ਕੀਤੀ ਜਿੰਨੀ ਠੇਕੇ ਵਾਲਿਆਂ ਨੇ ਕੀਤੀ ਹੁੰਦੀ। ਇੱਕ ਇੱਕ ਬੋਤਲ ਦਾ ਲੇਬਲ ਦਿਸਦਾ ਦੂਰੋਂ, ਕਿਹੜਾ ਮਾਰਕਾ ਪਿਆ ਦੂਰ ਦਿਸਦਾ। ਇਹ ਨਹੀਂ ਲਾਈਟ ਕੀਤੀ ਹੁੰਦੀ। ਔਰ ਮੈਂ ਕਈ ਵਾਰੀ ਹੈਰਾਨ ਹੁੰਦਾ, ਪੈਲਸ ਜਾਈਦਾ, ਵਿਆਹ ਸ਼ਾਦੀ ਜਾਣਾ ਪੈਂਦਾ, ਜਿਹੜਾ ਸ਼ਰਾਬ ਦੀ ਸਟਾਲ ਹੁੰਦੀ ਹੈ ਲੱਗੀ, ਉਹ ਸਭ ਤੋਂ ਉੱਚੀ ਹੁੰਦੀ ਹੈ। ਜਿਸ ਪੈਲਸ 'ਚ ਵੀ ਮੈਂ ਗਿਆ, ਸ਼ਰਾਬ ਵਾਲੀ ਸਟਾਲ ਸਾਰੀਆਂ ਸਟਾਲਾਂ ਤੋਂ ਉੱਚੀ ਹੁੰਦੀ ਹੈ। ਵੀ ਦੂਰੋਂ ਦਿਸੇ ਵੀ ਉਹ ਬੋਤਲਾਂ ਪਈਆਂ, ਆ ਜਾ ਵੀ ਸੱਜਣਾ ਇੱਧਰ ਨੂੰ। ਹਾਂਜੀ, ਇੱਕ ਪਰਿਵਾਰ ਦੇ ਮੁੰਡੇ ਦੀ ਸ਼ਾਦੀ ਸੀ, ਮੇਰੇ ਕੋਲ ਆ ਗਏ। ਮੈਂ ਗੁਰੂ ਮਹਾਰਾਜ ਕਹਿੰਦੇ ਜੀ ਵੀ ਵੈਸ਼ਨੂੰ ਰੋਟੀ ਕਰਨੀ।
ਮੀਟ ਸ਼ਰਾਬ ਨਾ ਖਾਣਾ ਨਾ ਵਰਤਾਣਾ। ਕੁੜੀ ਵਾਲਿਆਂ ਨੂੰ ਵੀ ਕਹਿ ਦਿਓ ਵੀ ਅਸੀਂ ਤਾਂ ਜੀ ਵੈਸ਼ ਨੂੰ ਭੋਜਨ ਲਾਂਗੇ, ਕਿਸੇ ਨੂੰ ਨਹੀਂ ਸ਼ਰਾਬ, ਕੋਈ ਸਟਾਲ ਆਰਡਰ ਨਹੀਂ ਲਾਉਣਾ ਸ਼ਰਾਬ ਦਾ। ਸਤ ਬਚਨ ਜੀ। ਉਹ ਮਠਿਆਈ ਦੇ ਡੱਬੇ ਦੇਣੇ ਹੁੰਦੇ ਨਾ ਪਹਿਲਾਂ ਜਿਹਨੂੰ ਸੱਦਣਾ ਵਿਆਹ 'ਤੇ, ਉਹ ਬੰਦਾ ਆ ਵੀ ਪੀਂਦਾ ਸੀ, ਉਹ ਆਪਣੇ ਦੋਸਤ ਪੀਣ ਵਾਲੇ ਨੇ ਸੱਦਣਾ ਹੁੰਦਾ, ਉਹੀ ਦੋਸਤ ਦੇਣਾ ਸੋਚਦੇ। ਉਹਦੇ ਤੱਕ ਚਲਿਆ ਗਿਆ, ਕਹਿੰਦਾ ਦੇਖ ਬਈ ਮੇਰੇ ਮੁੰਡੇ ਦਾ ਵਿਆਹ ਹੈ ਅਤੇ ਅਸੀਂ ਮਹਾਂਪੁਰਖਾਂ ਨੂੰ ਮੰਨਦੇ, ਉਹਨਾਂ ਕਿਹਾ ਭਾਈ ਵੈਸ਼ ਨੂੰ ਭੋਜਨ ਲੈਣਾ, ਵੈਸ਼ ਨੂੰ ਦੇਣਾ, ਸ਼ਰਾਬ ਮੀਟ ਨਹੀਂ ਵਰਤਾਉਣੀ, ਇਸ ਲਈ ਭਾਈ ਮੈਂ ਸ਼ਰਾਬ ਨਹੀਂ ਪਿਲਾਣੀ। ਪਹਿਲਾਂ ਤਾਂ ਇੱਕ ਡੱਬਾ ਰੱਖਿਆ ਮਿਠਾਈ ਦਾ, ਅਤੇ ਉਹਨੂੰ ਕਹਿੰਦਾ ਮੇਰੇ ਮੁੰਡੇ ਦਾ ਵਿਆਹ ਫਲਾਣੀ ਜਗ੍ਹਾ ਲੈ ਕਾਰਡ ਆਈ, ਪਰ ਮੈਂ ਸ਼ਰਾਬ ਨਹੀਂ ਦੇਣੀ। ਕਹਿੰਦਾ ਫਿਰ ਨਹੀਂ ਮੈਂ ਆਉਂਦਾ ਤੁਹਾਡੇ ਵਿਆਹ 'ਤੇ। ਉਹਨੇ ਡੱਬਾ ਅੱਗੋਂ ਚੱਕ ਲਿਆ, ਕਹਿੰਦਾ ਜੇ ਤੂੰ ਆਉਣਾ ਨਹੀਂ ਫਿਰ ਤੈਨੂੰ ਡੱਬਾ ਕਦ, ਡੱਬਾ ਹੀ ਲੈ ਵਾਪਸ। ਮੈਂ ਵਾਹ ਤੈਂ ਸਭ ਤੋਂ ਵਧੀਆ ਕੀਤੀ ਵੀ ਤੈਨੂੰ 300 ਰੁਪਏ ਦਾ ਜ਼ਰੂਰ ਫਿਰ ਡੱਬਾ ਦੇ ਕੇ ਜਾਣਾ ਜੇ ਤੂੰ ਆਉਣਾ ਹੀ ਨਹੀਂ ਤਾਂ। ਪਰ ਮੈਂ ਦੇਖਿਆ ਉਹ ਵਿਆਹ 'ਚ ਫਿਰ ਸ਼ਰਮੋ ਸ਼ਰਮੀ ਆ ਗਿਆ, ਪੀਤੀ ਤਾਂ ਫਿਰ ਨਹੀਂ ਪਰ ਆ ਗਿਆ। ਨਹੀਂ ਤਾਂ ਕਹਿੰਦਾ ਜੇ ਤੂੰ ਵਿਆਹ ਜੇ ਤੂੰ ਸ਼ਰਾਬ ਨਹੀਂ ਪਿਲਾਣੀ ਫਿਰ ਨਹੀਂ ਮੈਂ ਤੇਰੇ ਆਉਂਦਾ ਹੈਗਾ। ਉਹਨੇ ਕੋਈ ਡੱਬੇ ਚੱਕ ਲਿਆ। ਮੈਂ ਹਾਂ ਆਹ ਵਧੀਆ ਕੀਤਾ। ਸੋ ਇਸ ਲਈ ਸਮਝਾ ਰਹੇ ਨੇ ਸਾਨੂੰ। ਸੋ ਇਹ ਨਹੀਂ ਕਿ ਤੁਸੀਂ ਪੜ੍ਹ ਲਿਖ ਗਏ ਅਤੇ ਸਿਆਣੇ ਹੋ ਗਏ, ਇਸ ਭੁਲੇਖੇ 'ਚ ਨਹੀਂ ਰਹਿਣਾ। ਅਗਰ ਸਿਆਣਾ ਹੋਣਾ ਫਿਰ ਸਾਨੂੰ ਬਾਣੀ ਧਿਆਨ ਨਾਲ ਪੜ੍ਹਨੀ ਪਏਗੀ, ਇਹ ਸਮਝਣੀ ਪਏ ਕੀ ਕਹਿੰਦੀ। ਬਾਣੀ ਨੂੰ ਮੰਨਣ ਵਾਲਾ ਕਦੇ ਸ਼ਰਾਬਾਂ ਨਹੀਂ ਪੀਵੇਗਾ, ਉਹ ਨਹੀਂ ਸ਼ਰਾਬ ਪੀਏਗਾ, ਉਹ ਫੀਮ ਨਹੀਂ ਖਾਏਗਾ, ਉਹ ਭੁੱਕੀ ਨਹੀਂ ਖਾਏਗਾ, ਉਹ ਕੋਈ ਜਰਦਾ ਨਹੀਂ ਖਾਏਗਾ, ਕੋਈ ਬੀੜੀ ਸਿਗਰਟ ਨਹੀਂ ਪੀਵੇਗਾ, ਉਹ ਹਰਾਮ ਦੀ ਕਮਾਈ ਨਹੀਂ ਕਰੇਗਾ, ਕਿਉਂਕਿ ਬਾਣੀ ਦੀ ਸੋਝੀ ਆ ਗਈ ਹੈ। ਇਹ ਤਾਂ ਕੁਚੱਜੇ ਲੋਕ ਹੁੰਦੇ ਨੇ, ਉਹ ਗਲਤ ਕੰਮ ਨਹੀਂ ਕਰੇਗਾ, ਉਹ ਇੱਕ ਕਲਾਸ ਇਨਸਾਨ ਹੋ ਜਾਏਗਾ, ਇਸ ਲਈ ਸੁਖੀ ਹੋ ਜਾਏਗਾ। ਇਸ ਲਈ ਸਮਝਾਉਂਦੇ ਨੇ ਸਾਨੂੰ। ਕਹਿੰਦਾ ਸੁੱਤਾ ਕੀ ਕਰਦਾ, ਬੈਠ ਜਾਗ ਉੱਠ, ਜਾ ਕੇ ਸੰਗ ਤੇ ਵਿਛੜ, ਜਿਹਦੇ ਨਾਲੋਂ ਤੂੰ ਵਿਛੜ ਗਿਆ ਨਾ ਤਾਹੀ ਕੇ ਸੰਗ ਲੱਗ, ਉਹਦੇ ਨਾਲ ਜਾ ਕੇ ਲੱਗ ਜਾ, ਉਹਦੇ ਨਾਲ ਜੁੜ ਜਾ। ਰੱਬ ਤੋਂ ਤੂੰ ਵਿਛੜਿਆ ਹੈ ਨਾ, ਜਾਗ ਸਿਮਰਨ ਕਰ, ਉਹਦੇ ਨਾਲ ਦੁਬਾਰਾ ਜੁੜ ਜਾ, ਤੂੰ ਸੁਖੀ ਹੋ ਜਾਏਗਾ। ਹੋਰ ਤੇ ਸੁੱਖ ਦਾ ਕੋਈ ਸਾਧਨ ਹੀ ਨਹੀਂ ਹੈਗਾ। ਸੁਖ ਨਾਹੀਂ ਰੇ ਹਰ ਭਗਤ ਬਿਨਾ, ਪੰਚਮ ਪਾਤਸ਼ਾਹ ਨਿਰਣੈ ਕਰਤਾ ਵੀ ਪਰਮਾਤਮਾ ਦੀ ਭਗਤੀ ਤੋਂ ਬਿਨਾਂ ਸੁਖ ਹੈ ਹੀ ਨਹੀਂ ਹੈ। ਇਸ ਲਈ ਸੁਖ ਨਾਹੀਂ ਬਹੁਤੇ ਧਨ ਖਾਟੇ, ਸੁਖ ਨਾਹੀਂ ਪੇਖੇ ਨ੍ਰਿਤ ਨਾਟੇ, ਸੁਖ ਨਾਹੀਂ ਬਹੁ ਦੇਸ ਕਮਾਏ, ਸਰਬ ਸੁਖਾ ਹਰ ਹਰ ਗੁਣ ਗਾਏ। ਸੁਖ ਨਾਹੀਂ ਬਹੁਤੇ ਧਨ ਖਾਟੇ, ਬਹੁਤਾ ਧਨ ਕਮਾ ਲਿਆ ਤਾਂ ਵੀ ਸੁਖ ਨਹੀਂ ਹੈ। ਸੁਖ ਨਹੀਂ ਪੇਖੇ ਨ੍ਰਿਤ ਨਾਟੇ, ਆ ਨਾਚ ਗਾਣੇ ਵੇਖਣਾ, ਡਰਾਮੇ ਵੇਖਣਾ, ਫਿਲਮਾਂ ਵੇਖਣਾ, ਕਦੇ 'ਚ ਸੁਖ ਨਹੀਂ ਹੈ। ਸੁਖ ਨਹੀਂ ਬਹੁ ਦੇਸ ਕਮਾਏ, ਬੜੇ ਦੇਸਾਂ 'ਚ ਘੁੰਮ ਫਿਰ ਲਿਆ ਹੈ ਤਾਂ ਵੀ ਸੁਖ ਨਹੀਂ। ਸਰਬ ਸੁਖਾ ਹਰ ਹਰ ਗੁਣ ਗਾਏ, ਸਾਰੇ ਸੁਖ ਹਰੀ ਦੇ ਗੁਣ ਗਾਉਣ ਵਿੱਚ ਹਨ। ਇਹ ਪੰਚਮ ਪਾਤਸ਼ਾਹ ਨਿਰਣਾ ਕੀਤਾ ਹੋਇਆ ਹੈ। ਹੁਣ ਅਸੀਂ ਗਾਉਣੇ ਆ ਕਿ ਨਹੀਂ ਗਾਉਂਦੇ, ਇਹ ਸਾਡੇ 'ਤੇ ਨਿਰਭਰ ਕਰਦਾ ਹੈ। ਸੁਖੀ ਹੋਣਾ ਕਿ ਨਹੀਂ ਹੋਣਾ, ਹੋਰ ਤਾਂ ਢੰਗ ਤਰੀਕੇ ਕੋਈ ਨਹੀਂ ਦੱਸੇ। ਜੇ ਮਾਇਆ ਨਾਲ ਸੁੱਖ ਮਿਲਦਾ ਹੁੰਦਾ ਫਿਰ ਤਾਂ ਕਦੇ ਖੂਬ ਮਾਇਆ ਕਮਾਵੇ। ਧਰਮ ਕਹਿੰਦਾ ਮਾਇਆ ਦੇ ਨਾਲ ਸਰੀਰਕ ਸੁੱਖ ਮਿਲਦਾ, ਮਾਨਸਿਕ ਸੁੱਖ ਨਹੀਂ ਮਿਲਦਾ। ਤੁਸੀਂ ਅੱਧੇ ਸੁਖੀ ਰਹੋਗੇ, ਅੱਧੇ ਦੁਖੀ ਰਹੋਗੇ। ਅਗਰ ਤੁਸੀਂ ਨਾਮ ਨਹੀਂ ਜਪਦੇ, ਸਿਰਫ ਮਾਇਆ ਤੁਹਾਡੇ ਕੋਲੇ ਹੈ, ਤੁਸੀਂ ਪੂਰੀ ਤਰ੍ਹਾਂ ਸੁਖੀ ਨਹੀਂ ਹੋਵੋਗੇ। ਤੁਹਾਡਾ ਮਨ ਕਲਪਦਾ ਹੀ ਰਹੇਗਾ, ਭਾਵੇਂ ਤੁਸੀਂ ਕਰੋੜਾਪਤੀ ਹੋ ਜਾਓ, ਮਨ ਕਲਪਦਾ ਰਹੇਗਾ। ਗੁਰੂ ਮਹਾਰਾਜ ਇਸ ਲਈ ਕਿ ਨਹੀਂ, ਸਾਡੇ ਕੋਲ ਮਾਇਆ ਵੀ ਚਾਹੀਦੀ ਹੈ ਤਾਂ ਕਿ ਕਿਰਤ ਕਰੋ, ਵੀ ਵੇਲੇ ਨਹੀਂ ਬਹਿਣਾ। ਦਸਾਂ ਨੂੰ ਦੀ ਕਿਰਤ ਕਰਨੇ ਹਰ ਸਿੱਖ ਨੇ, ਉਹਦੇ ਕੋਲ ਮਾਇਆ ਹੋਏਗੀ, ਮਾਇਆ ਨਾਲ ਸਰੀਰਕ ਸੁੱਖ ਮਿਲਣਗੇ। ਨਾਮ ਜਪੋ, ਮਾਨਸਿਕ ਸੁੱਖ ਮਿਲਣਗੇ। ਜਦੋਂ ਅਸੀਂ ਸਰੀਰਕ ਤੌਰ 'ਤੇ ਮਾਨਸਿਕ ਤੌਰ 'ਤੇ ਸੁਖੀ ਹਾਂ, ਅਸਲ 'ਚ ਉਦੋਂ ਅਸੀਂ ਸੁਖੀ ਹਾਂ।
ਉਦੋਂ ਅਸਲ ਸੁਖੀ ਹੈ। ਨਹੀਂ ਤੇ ਅਧੂਰਾ ਸੁਖ ਸੁਖ ਨਹੀਂ ਹੋਇਆ ਕਰਦਾ। ਤਾਂ ਵਾਰੀ ਵਾਰੀ ਕਹਿੰਦੇ ਕਬੀਰ ਸਾਹਿਬ, ਕਬੀਰ ਸੰਤ ਕੀ ਗੈਲ ਨਾ ਛੋੜੀਏ, ਮਾਰਗ ਲਾਗਾ ਜਾਓ, ਪੇਖਤ ਹੀ ਪੁਨੀਤ ਹੋਏ, ਭੇੜਤ ਜਪੀਏ ਨਾ। ਗੈਲ ਹੁੰਦਾ ਸਾਥ। ਕਬੀਰ ਸੰਤ ਕੀ ਗੈਲ ਨਾ ਛੋੜੀਏ, ਸੰਤ ਦੀ ਸੰਗਤ ਨਹੀਂ ਛੱਡਣੀ ਚਾਹੀਦੀ। ਮਾਰਗ ਲਾਗਾ ਜਾਓ, ਜਿਸ ਰਸਤੇ ਤੇ ਸੰਤ ਤੁਰੇ ਨੇ ਉਸੇ ਰਸਤੇ ਤੂੰ ਵੀ ਤੁਰੀ ਚੱਲ। ਸੰਤ ਦੀ ਸੰਗਤ ਨਹੀਂ ਛੱਡਣੀ, ਗੁਰੂ ਦੀ ਸੰਗਤ ਨਹੀਂ ਛੱਡਣੀ, ਗੁਰੂ ਦਾ ਸੰਗ ਨਹੀਂ ਛੱਡਣਾ। ਜਿਸ ਮਾਰਗ ਤੇ ਗੁਰੂ ਸੰਤ ਚੱਲ ਰਿਹਾ ਤੂੰ ਵੀ ਉਸੇ ਮਾਰਗ ਤੇ ਤੁਰਿਆ ਚੱਲ। ਗੈਲ ਹੁੰਦਾ ਸਾਥ। ਆ ਮੇਰੇ ਗੈਲ ਗੈਲ ਆ ਜਾ, ਹਰਿਆਣੇ ਜਦੋਂ ਮੈਂ ਨਾ ਮਾਰੇ ਗੈਲ ਗੈਲ ਆ ਜਾਓ। ਉਦੋਂ ਬਾਣੀ ਪੜ੍ਹੀ ਨਹੀਂ ਸੀ, ਪਤਾ ਨਹੀਂ, ਫਿਰ ਮੁੰਡਿਆਂ ਨੂੰ ਵੀ ਪੁੱਛਦਾ ਸੀ, ਕਿਉਂਕਿ ਮੈਨੂੰ ਜਿਹੜੀ ਕਿਤਾਬੀ ਹਿੰਦੀ ਸੀ ਇਹ ਤਾਂ ਆਉਂਦੀ ਸੀ, ਉਹ ਪੇਂਡੂ ਹਿੰਦੀ ਬੋਲਦੇ ਸੀ, ਇਸ ਲਈ ਮੈਨੂੰ ਬਹੁਤ ਸਾਰੇ ਸ਼ਬਦਾਂ ਦੀ ਉਹਨੇ ਸਮਝ ਨਹੀਂ ਸੀ ਆਉਂਦੀ। ਕੁਦਰਤ ਜਿਹਨਾਂ ਦੇ ਮੈਂ ਘਰ 'ਚ ਰਹਿੰਦਾ ਸੀ, ਉਹ 8ਵੀਂ 'ਚ ਮੁੰਡਾ ਪੜ੍ਹਦਾ ਸੀ। ਮੈਂ ਜਦੋਂ ਵੀ ਘਰੋਂ ਬਾਹਰ ਨਿਕਲਣਾ ਉਹਨੂੰ ਨਾਲ ਲੈ ਕੇ ਨਿਕਲਣਾ, ਵੀ ਤਾਂ ਜੋ ਇਹ ਜੇ ਕੋਈ ਮੇਰੇ ਤੋਂ ਕੋਈ ਪੁੱਛਣ, ਮੈਨੂੰ ਪੁੱਛੇ ਕੀ ਕਹਿੰਦੇ ਨੇ ਇਹ। ਜੇ ਮੈਂ ਇੱਕ ਸੜਕ ਦੇ ਕੰਢੇ ਖੜ੍ਹਾ, ਮੈਂ ਬੱਸ ਫੜਨੀ ਸੀ, ਨਾਲ ਮੁੰਡਾ ਮੇਰੇ, ਇੱਕ ਆਇਆ ਜੱਟ, ਸਰਦਾਰ ਕੀ ਉਕੜ ਕੜਾ। सरदार तो मैंने समझ आए कि उकड़ कड़ा। मैं मुंडे पर ये क्या कहता है? कहते ये कहता है सरदार जी कैसे खड़े हो? अच्छा मैं जी मैं बस के इंतज़ार करो, मैंने गाँव जाना। अच्छा 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 ये हूँ वो पेडू पर सरदार की उकड़ कड़ा, जो कहता सरदार जी कैसे खड़े हो, फिर तो मैं उत्तर देता हिंदी 'ਚ। हिंदी मैंने आती सी, बोलनी भी आती सी, पढ़नी भी आती सी, लिखनी भी आती सी, पर वो हुण पेंडू सी भाषा। इस लिए मैनू जिन्ना चिर मैं हरियाणे रहा, हौली हौली तो फिर मैंने लग गया, साल के बाद तो फिर तो मैंने सहायक की लोड़ नहीं पई। नहीं साल के तो मैं नाल एक बच्चा रखे कदे हमेशा, भी पता नहीं किसी ने की कहने, पता समझ नहीं आनी है। इसलिए गैल शब्द आम नहीं है, फिर पेंडू भाषा का शब्द गैल नाल नाल साथ। कबीर संत की गैल ना छोड़िए, संत का साथ नहीं छड्डना चाहिए। मार्ग लागा जाओ, जिस राह ते संत तुरया जा रहा है उसे राह ते तुसी कच्चे तुरे जाओ। भाव जो काम संत कर रहा उही काम तुसी करते जाओ, ताई उहदे नाल निभेगी ना। संत कुछ होर कर रहा, मैं कुछ होर कर रहा, साड़ी निभनी नहीं आपस च। उन्हें कहना भरावा तू अपने घर जा, तू अपने घर जा। कहते संत की संगत नहीं छड्डी दी, जिस राह ते संत जा रहे उस राह ते तुरे जाओ। पेखत ही पुनीत होए, क्योंकि साधु नूं मिल के बंदा पवित्र हो जाता है। भेटत जपीए ना, भेटत मिल के ते साधु दी जे दर्शन करके बंदा पवित्र हो जाता है, तो उन्होंने मिल के फिर नाम जपदा। क्योंकि साधु के दर्शन ही दुर्लभ होंदे ने, ਉਹਦੇ दर्शन करके फिर दर्शन का अपना फल होंदा है। साधु के दर्शन का अपना ही फल है। एक बार एक बंदा आ गया, गुरु नानक देव मरदाने 'च बैठे, गल चल पई साधु की। वो बंदा कहना भी साधु के दर्शन का की फल है? तुसीं कहने साधु के दर्शन करने चाहिए। कहते ओ दरख्त दिसदा है? कहते हाँ जी। कहते उत्थे चलिया जा, तेरे प्रश्न के उत्तर तेरे उत्तर मिल जाएगा। चलिया गया उत्थे, उत्थे कोई बंदा नहीं, दो कां बैठे बस। कहते इत्थे मेरे प्रश्न का कौन उत्तर देगा? तो बंदा ही कोई नहीं। कोई देर बैठ के वापस आ गया। कहते महाराज जी उत्थे तो बंदा ही कोई नहीं, मेरे प्रश्न उत्तर कौन देगा? कहते फिर जा। दूजी वारी गया, उत्थे दो बगले बैठे ने, कां दी थां ते बगले बैठे ने, बंदा कोई नहीं। फिर आ गया जी। गुरु महाराज के एक बारी फिर जा, की वे उत्थे दो हंस बैठे ने।
ਬੰਦਾ ਕੋਈ ਨਹੀਂ, ਫਿਰ ਆ ਗਿਆ। ਗੁਰੂ ਮਹਾਰਾਜ ਇੱਕ ਵਾਰੀ ਫਿਰ ਜਾ, ਫਿਰ ਗਿਆ, ਉੱਥੇ 2 ਸਾਧੂ ਬੈਠੇ ਨੇ, ਤੇ ਉਹਨਾਂ ਨੂੰ ਪੁੱਛਦਾ ਬਈ ਗੁਰੂ ਦੇ ਜਾਂ ਸੰਤਾਂ ਦੇ ਦਰਸ਼ਨ ਕਰਨ ਦਾ ਕੀ ਲਾਭ ਹੈ? ਕਹਿੰਦਾ ਅਜੇ ਤੱਕ ਤੈਨੂੰ ਪਤਾ ਨਹੀਂ ਲੱਗਾ? ਉਹ ਸਾਧੂ ਕਹਿੰਦੇ ਅਜੇ ਤੱਕ ਤੈਨੂੰ ਪਤਾ ਹੀ ਨਹੀਂ ਲੱਗਾ? ਕਹੇ ਜਦੋਂ ਪਹਿਲੇ ਚੱਕਰ 'ਚ ਆਇਆ ਸੀ ਅਸੀਂ ਕਾਂ ਸੀ, ਉਦੋਂ ਤੂੰ ਗੁਰੂ ਨਾਨਕ ਦੇ ਦਰਸ਼ਨ ਕੀਤੇ, ਅਸੀਂ ਅੱਗੋਂ ਤੇਰੇ ਕੀਤੇ, ਤੇਰੇ ਦਰਸ਼ਨ ਕਰਦੇ ਸਾਰੇ ਅਸੀਂ ਕਾਂ ਤੋਂ ਬਗਲੇ ਬਣ ਗਏ। ਜਦੋਂ ਤੂੰ ਦੁਬਾਰਾ ਅਸੀਂ ਬਗਲੇ ਸੀ ਨਾ, ਅਸੀਂ ਕਹਿੰਦਾ ਫਿਰ ਤੇਰੇ ਦਰਸ਼ਨ ਕੀਤੇ, ਫਿਰ ਅਸੀਂ ਕਹਿੰਦੇ ਹੰਸ ਬਣ ਗਏ। ਤੂੰ ਫਿਰ ਗੁਰੂ ਨਾਨਕ ਦੇ ਮਿਲ ਕੇ ਅਸੀਂ ਤੇਰੇ ਫਿਰ ਦਰਸ਼ਨ ਕੀਤੇ, ਸਾਧ ਬਣ ਗਏ। ਕਹਿੰਦੇ ਆਹ ਕਹਿੰਦੇ ਸਾਧੂ ਦੇ ਦਰਸ਼ਨਾਂ ਦਾ ਫਲ, ਦਰਸ਼ਨਾਂ ਦਾ ਹੀ ਫਲ ਹੈ। ਸਾਧੂ ਨਾਲ ਗੱਲਬਾਤ ਕਰਨਾ, ਉਹਦੇ ਵਿਚਾਰ ਸੁਣਨੇ, ਉਹਦਾ ਹੋਰ ਗੱਲਾਂ ਹੀ ਹੋਰ ਨੇ। ਐਵੇਂ ਨਹੀਂ ਲੋਕ ਰੋਜ਼ ਗੁਰਦੁਆਰੇ ਜਾਂਦੇ ਮੱਥਾ ਟੇਕਣ ਗੁਰੂ ਨੂੰ, ਵੀ ਗੁਰੂ ਦੇ ਦਰਸ਼ਨ ਹੀ ਬਹੁਤ ਨੇ। ਦਰਸ਼ਨਾਂ ਦਾ ਆਪਣਾ ਫਲ ਹੈ। ਹਾਂ, ਗੁਰੂ ਮਹਾਰਾਜ ਕੁਝ ਬੋਲ ਰਹੇ ਨੇ, ਉਹਨਾਂ ਨੂੰ ਸੁਣੋ, ਉਹ ਹੋਰ ਫਲ ਹੈ। ਕੁਝ ਕਹਿੰਦੇ ਨੇ ਭਾਈ ਤੈਨੂੰ ਆਹ ਕਰੋ, ਉਹ ਮੰਨੋ, ਉਹ ਹੋਰ ਫਲ। ਸੋ ਸਾਧੂ ਦੇ ਤਾਂ ਦਰਸ਼ਨਾਂ ਦਾ ਹੀ ਫਲ ਹੈ। ਹੁਣ ਗੁਰੂ ਨਾਨਕ ਜਦੋਂ ਸੰਗਲਾ ਦੀਪ ਗਏ ਰਾਜਾ ਸ਼ਿਵ ਨਾਭ ਕੋਲ, ਉਹ ਬੀਬੀਆਂ ਜਿਹੜੀਆਂ ਡਾਂਸ ਕਰਨ ਆਈਆਂ ਸਨ, ਮੰਦ ਭਾਵਨਾ ਨਾਲ ਆਈਆਂ ਸਨ ਵੀ ਅਸੀਂ ਇਸ ਸਾਧੂ ਨੂੰ ਡੇਗਦੀਆਂ ਗਈਆਂ। ਜਦੋਂ ਉਹਨਾਂ ਨੇ ਗੁਰੂ ਨਾਨਕ ਦੇ ਦਰਸ਼ਨ ਹੀ ਕੀਤੇ ਨਾ, ਪਵਿੱਤਰ ਹੋ ਗਈਆਂ, ਬੈਠ ਗਏ ਚੌਂਕੜੀ ਮਾਰ ਕੇ। ਸਾਧੂ ਹੋਵੇ ਸਹੀ ਕੋਈ, ਉਹ ਤਾਂ ਦਰਸ਼ਨ ਹੀ ਲਾਭਦਾਇਕ ਨੇ। ਤਾਂ ਕਹਿੰਦੇ ਕਿ ਵੀ ਇਹ ਸੰਤ ਕੀ ਗੈਲ ਨਾ ਛੋਡੀਏ, ਮਾਰਗ ਲਾਗਾ ਜਾਓ, ਪੇਖਤ ਹੀ ਪੁਨੀਤ ਹੋਏ। ਪੇਖਤ ਹੁੰਦਾ ਦੇਖਣਾ, ਸਾਧੂ ਦੇ ਦਰਸ਼ਨ ਕਰਕੇ ਹੀ ਬੰਦਾ ਪਵਿੱਤਰ ਹੋ ਜਾਂਦਾ ਹੈ। ਭੇਟ ਤੇ ਜਪੀਏ ਨਾਉ, ਤੇ ਸਾਧੂ ਨੂੰ ਮਿਲ ਕੇ, ਸਾਧੂ ਦੀ ਸੰਗਤ ਕਰਕੇ ਮਨੁੱਖ ਨਾਮ ਜਪਣ ਲੱਗ ਜਾਂਦਾ। ਇਸ ਲਈ ਕਹਿੰਦੇ ਸਾਧੂ ਦੀ ਸੰਗਤ ਨਹੀਂ ਛੱਡੀ ਦੀ ਹੁੰਦੀ। ਸਾਧੂ ਨੇ ਕਈ ਵਾਰੀ ਝਿੜਕ ਵੀ ਦੇਣਾ ਹੁੰਦਾ ਹੈ। ਸਾਨੂੰ ਝਿੜਕਾਂ ਖਾਣ ਦੀ ਆਦਤ ਘੱਟ ਹੈ, ਅਸੀਂ ਫਿਰ ਰੁੱਸ ਜਾਂਦੇ ਹਾਂ ਵੀ ਹਾਂ ਐਂ ਕਿਉਂ ਕਿਹਾ। ਸਾਧੂ ਨੇ ਕੋਈ ਪਰਵਾਹ ਹੁੰਦੀ ਉਹਨੂੰ ਵੀ ਮੇਰਾ ਚੇਲਾ ਨਾਰਾਜ਼ ਹੋ ਜਾਏਗਾ। ਉਹਨੂੰ ਪਤਾ ਹੈ ਸਾਰੇ ਸਵਾਰਥ ਕਾਰਨ ਆਏ ਹੋਏ ਨੇ। ਉਹ ਜਿਹੜਾ ਨਾਰਾਜ਼ ਦਾ ਪਿਆ ਹੋਵੇ ਉਹ ਸੱਚੀ ਗੱਲ ਕਹਿੰਦੇ ਨੇ। ਸੱਚੀ ਗੱਲ ਫਿਰ ਕੌੜੀ ਲੱਗਦੀ ਹੈ। ਆ ਬਦੋਛੀ ਕਲਾਂ ਵਾਲੇ ਮਹਾਂਪੁਰਖ ਬਾਬਾ ਬੀਰ ਰਮਦਾਸ ਜੀ, ਇਹ ਅਲਫ ਨੰਗੇ ਰਹਿੰਦੇ ਸੀ, ਭਾਵੇਂ ਲੰਗੋਟੀ ਵੀ ਨਹੀਂ ਸਨ ਪਾਉਂਦੇ। ਰਾਜੇ ਮਹਾਰਾਜੇ ਮਿਲਣ ਆਉਂਦੇ ਸਨ। ਉਹਨਾਂ ਦੇ ਆਸੀ ਜਿਹੜਾ ਮਿਲਣ ਉਹਨੂੰ ਗਾਲਾਂ ਕੱਢਦੇ ਸੀ, ਨਾਲੇ ਡੰਡੇ ਮਾਰਦੇ ਸੀ। ਡੰਡਾ ਵੀ ਕੋਲ ਰੱਖਦੇ ਸੀ, ਪਹਿਲਾਂ ਗਾਲਾਂ ਕੱਢਣੀਆਂ ਫਿਰ ਡੰਡੇ ਮਾਰਨੇ। ਹਿਮਾਚਲ ਦਾ ਇੱਕ ਰਾਜਾ ਸੀ, ਉਹਦੇ ਘਰ ਪੁੱਤਰ ਨਹੀਂ ਸੀ ਹੋ ਰਿਹਾ। ਉੱਥੇ ਕੋਈ ਪੰਜਾਬ ਦਾ ਸਿੱਖ ਰਹਿੰਦਾ ਸੀ। ਉਹਨੇ ਕਿਹਾ ਵੀ ਸਾਡੇ ਇਲਾਕੇ 'ਚ ਇੱਕ ਨਾ ਸਾਧੂ ਬੀਰ ਰਮਦਾਸ, ਕਹਿੰਦੇ ਰਾਜਨ ਮੇਰੀ ਗੱਲ ਪਹਿਲਾਂ ਸੁਣ ਲਓ, ਰਾਣੀ ਨੇ ਵੀ ਨਾਲ ਜਾਣਾ, ਤੁਸੀਂ ਵੀ ਜਾਣਾ, ਉਸ ਦਾ ਤੁਹਾਡੇ ਪਰਿਵਾਰ ਦੇ ਹੋਰ ਮੈਂਬਰ ਹੋਣ, ਉਹ ਨੰਗੇ ਹੁੰਦੇ ਨੇ। ਇੱਕ ਤਾਂ ਇਹ ਨਹੀਂ ਮਹਿਸੂਸ ਕਰਨਾ ਵੀ ਇਹ ਸਾਥ ਨੰਗਾ ਬੈਠਾ। ਨੰਬਰ 2, ਉਹ ਗਾਲਾਂ ਵੀ ਕੱਢਦੇ ਨੇ, ਪਰ ਜੇ ਤੁਹਾਡੇ ਇੱਕ ਡੰਡਾ ਮਾਰੇ ਇੱਕ ਪੁੱਤਰ ਹੋ, ਜਾਂ 2 ਡੰਡੇ ਮਾਰੇ 2 ਪੁੱਤਰ ਹੋਣਗੇ। ਡੰਡੇ ਖਾਣ ਨੂੰ ਤਿਆਰ ਹੋ ਜਾਓ, ਮਨਜ਼ੂਰ ਹੈ। ਆ 3 ਗੱਲਾਂ, ਫਿਰ ਜਾਇਓ ਮੇਰੇ ਨਾਲ। ਇੱਕ ਤਾਂ ਨੰਗੇ ਹੋਣਗੇ, ਦੂਜਾ ਨਾ ਗਾਲਾਂ ਕੱਢਣੀਆਂ ਨੇ, ਤੀਜਾ ਉਹਨਾਂ ਡੰਡੇ ਮਾਰਨੇ ਨੇ। ਤਿੰਨਾਂ ਲਈ ਤਿਆਰ ਹੋ, ਪੁੱਤਰ ਹੋ ਜਾਣਗੇ। ਜੇ ਜਿੰਨੇ ਡੰਡੇ ਮਾਰਨਗੇ ਉਹਨੇ ਪੁੱਤਰ ਹੋ ਜਾਣਗੇ। ਚਲੋ ਜੀ, ਰੱਥ ਲੈ ਲਿਆ, ਆ ਰਿਹਾ ਰਾਜਾ ਰਾਣੀ ਆ ਰਹੇ। ਜਦੋਂ ਸਰਹੰਦ ਦਾ ਮੋੜ ਮੁੜੇ ਨਾ, ਮਹਾਂਪੁਰਖਾ ਦਿਵ ਦਰਸ਼ਨਾਂ ਖੋਲ੍ਹਿਆ, ਆਪਣੇ ਸੇਵਕ ਨੂੰ ਕਹਿੰਦੇ ਵੀ ਇੱਕ ਰਾਜਾ ਆ ਰਿਹਾ ਪੁੱਤਰ ਲੈਣ, ਆ ਡੰਡਾ ਲਿਆਈ ਮੇਰਾ ਜਰਾ। ਰਾਜਾ ਰਾਣੀ ਨੇੜੇ ਆ ਕੇ ਰੱਥ ਰੋਕ ਕੇ ਅੱਗੇ ਆ ਗਿਆ, ਆ ਕੇ ਮੱਥਾ ਟੇਕਿਆ। ਬੀਰ ਰਮਦਾਸ 2 ਡੰਡੇ ਮਾਰੇ, ਰਾਜ ਦੇ ਨਾਲੇ ਕੱਢੀਆਂ ਗਾਲਾਂ। ਉਹ ਹੱਥ ਜੋੜ ਕੇ ਬੈਠਾ ਆਰਾਮ ਨਾਲ, ਕੋਈ ਬੇਨਤੀ ਨਹੀਂ ਕੀਤੀ।
ਹੁਣ ਉਹਨੂੰ ਸਾਰਾ ਸਮਝਾਤਾ ਸੀ ਵੀ ਜੇ ਇੱਕ ਡੰਡਾ ਮਾਰਿਆ ਇੱਕ ਪੁੱਤਰ ਹੋ, ਦੋ ਡੰਡੇ ਮਾਰ ਦੋ ਪੁੱਤਰ ਹੋਣਗੇ, ਅਤੇ ਸਮਾਂ ਪਾਕੋ ਤੇ ਦੋ ਪੁੱਤਰ ਹੀ ਹੋਏ। ਸੋ ਸਾਧੂ ਨਹੀਂ ਪ੍ਰਵਾਹ ਪੂਰਵ ਕਰਿਆ ਕਰਦੇ ਕਿਸੇ ਦੇ ਵੀ ਕੌਣ ਆਇਆ, ਨਾਰਾਜ਼ ਨਾ ਹੋ ਜਾਏ। ਉਹ ਆਪਣੀ ਮੌਜ ਰਹਿੰਦੇ ਨੇ। ਇਸ ਲਈ ਸਾਧੂ ਨੇ ਜੇ ਕੁਛ ਕਹਿ ਵੀ ਦਿੱਤਾ ਹੈ, ਇੰਨਾ ਜੇ ਆਪਾਂ ਨੂੰ ਸਾਧੂ ਦੇ ਸੁਭਾਅ ਦਾ ਜੇ ਪਹਿਲਾਂ ਹੀ ਪਤਾ ਹੋਵੇ, ਫਿਰ ਅਸੀਂ ਮਹਿਸੂਸ ਨਹੀਂ ਕਰਾਂਗੇ ਕਿ ਪਤਾ ਰਾਜੇ ਨੂੰ। ਅਗਲੇ ਜੇ ਰਾਜੇ ਨੂੰ ਨਾ ਦੱਸਦਾ, ਅਗਲਾ ਕਹਿੰਦਾ ਦੱਸ ਜੇ ਮੈਂ ਰਾਜਾ, ਇਹ ਕੌਣ ਹੈ ਮੈਨੂੰ ਡੰਡੇ ਮਾਰਨ ਵਾਲਾ। ਇਹ ਨਾ ਅਗਲੇ ਸਮਝਾਤਾ ਕਿ ਦੇਖੋ ਜੀ ਇਹੋ ਜਿਹਾ ਸਾਧੂ ਦਾ ਸੁਭਾਅ ਹੈ, ਅਗਰ ਤੁਸੀਂ ਤਿਆਰ ਹੋ ਤਾਂ ਜਾਇਓ। ਅਤੇ ਭਾਈ ਲੋੜਵੰਦ ਨੇ ਆਉਣਾ ਹੀ ਆਉਣਾ। ਸਿਆਣੇ ਕਹਿੰਦੇ ਲੋੜ ਵੇਲੇ ਤਾਂ ਗਧੇ ਨੂੰ ਵੀ ਬਾਪ ਕਹਿਣਾ ਪੈਂਦਾ। ਕਈ ਵਾਰੀ ਘੁਮਿਆਰ ਜਿਹੜਾ ਨਾ ਗਧਾ ਤੁਰਦਾ ਨਹੀਂ ਹੈ, ਉਹਨੂੰ ਕਿਹਾ ਬਾਪੂ ਤੁਰ ਪੈ। ਮੈਂ ਹੈ ਨਾ ਗਧੇ ਨੂੰ ਬਾਪ ਕਹਿ ਰਿਹਾ। ਗਧੇ ਨੂੰ ਕਹਿੰਦਾ ਉਹ ਬਾਪੂ ਤੁਰ ਪੈ, ਕਿ ਗਧੇ ਨੂੰ ਜੇ ਮਗਰੋਂ ਧੱਕੋ ਨਾ ਪਿੱਛੇ ਨੂੰ ਆਉਂਦਾ, ਉਹ ਪਿੱਛੇ ਨੂੰ ਆਉਂਦਾ। ਜਿਵੇਂ ਕਿ ਬੰਦਾ ਸੀ, ਉਹਦੀ ਘਰ ਵਾਲੀ ਜੇ ਬੰਦੇ ਨੇ ਕਹਿਣਾ ਆਹ ਕਰ ਲੈ ਘਰ, ਉਦੋਂ ਉਲਟਾ ਕੰਮ ਕਰਨਾ, ਉਦੋਂ ਉਲਟਾ ਕਰਨਾ। ਲਓ ਜੀ ਉਹ ਗਈ ਅਚਾਨਕ ਪਾਣੀ ਡੁੱਬ। ਜਿੱਧਰ ਨੂੰ ਪਾਣੀ ਰੁੜਿਆ ਜਾ ਰਿਹਾ ਸੀ ਲੋਕ ਉੱਧਰ ਲੱਭਣ, ਉਹ ਕਹਿੰਦਾ ਉੱਧਰ ਨੂੰ ਨਹੀਂ, ਉਹ ਸਾਰੀ ਉਮਰ ਉਲਟੇ ਕੰਮ ਕਰਦੀ ਰਹੀ। ਜਿੱਧਰ ਪਾਣੀ ਆ ਰਿਹਾ ਉੱਧਰ ਜਾ ਕੇ ਲੱਭੋ ਉਹਨੂੰ, ਉੱਧਰ ਨੂੰ ਗਈ ਹੋਣੀ। ਸੋ ਇਸ ਲਈ ਇਹ ਬੰਦਾ ਵੀ ਸਾਰੀ ਉਮਰ ਉਲਟੇ ਕੰਮ ਕਰਦਾ ਰਹਿੰਦਾ ਹੈ। ਜੋ ਗੁਰੂ ਸਾਧੂ ਕਹਿੰਦੇ ਉਹ ਮੰਨਦਾ ਨਹੀਂ ਹੈਗਾ। ਇਸ ਲਈ ਕਹਿੰਦੇ ਭਾਈ ਸਾਧੂ ਦੇ ਦਰਸ਼ਨ ਹੀ ਬਹੁਤ ਹੁੰਦੇ ਨੇ। ਸਾਧੂ ਜਿਹੜਾ ਭਾਵੇਂ ਬੋਲੇ ਨਾ ਬੋਲੇ, ਮੰਨ ਲਓ ਕਈ ਵਾਰੀ ਕੋਈ ਪਾਠ ਨਹੀਂ ਹੋ ਰਿਹਾ, ਕੋਈ ਕੀਰਤਨ ਕਥਾ ਨਹੀਂ ਹੋ ਰਹੀ, ਗੁਰੂ ਮਹਾਰਾਜ ਦਾ ਪ੍ਰਕਾਸ਼ ਹੋਇਆ ਹੈ, ਗ੍ਰੰਥੀ ਸਿੰਘ ਜਿਹੜਾ ਤਾਬਿਆ ਬੈਠਾ, ਤੁਸੀਂ ਆਇਓ, ਤੁਸੀਂ ਗੁਰੂ ਦੇ ਦਰਸ਼ਨ ਕੀਤੇ। ਜੋ ਗੁਰੂ ਮਹਾਰਾਜ ਨੇ ਕਹਿਣਾ ਸੀ ਆਪਣਾ ਮਨ 'ਚ ਬੇਨਤੀ ਕਰ ਲਈ। ਗੁਰੂ ਦੇ ਦਰਸ਼ਨ ਦਾ ਆਪਣਾ ਫਲ ਹੈ। ਸੋ ਕਹਿੰਦੇ ਪੇਖਤ ਹੀ ਪੁਨੀਤ ਹੋਏ। ਪੇਖਤ ਹੁੰਦਾ ਵੇਖਣਾ। ਸਾਧੂ ਨੂੰ ਦੇਖ ਕੇ ਮਨੁੱਖ ਪਵਿੱਤਰ ਹੋ ਜਾਂਦਾ ਹੈ। ਭੇਟਤ ਜਪੀਐ ਨਾਉ, ਅਤੇ ਸਾਧੂ ਨੂੰ ਮਿਲ ਕੇ ਮਨੁੱਖ ਨਾਮ ਜਪਣਾ ਸ਼ੁਰੂ ਕਰ ਦਿੰਦਾ ਹੈ। ਇਸ ਲਈ ਕਹਿੰਦੇ ਸਾਧੂ ਦੀ ਸੰਗਤ ਨਹੀਂ ਛੱਡੀ ਦੀ, ਸਾਧੂ ਦੀ ਸੰਗਤ ਕਰਦੇ ਰਹੀਦਾ ਹੁੰਦਾ ਹੈ। ਸਤਿਕਾਰਯੋਗ ਸਾਧ ਸੰਗਤ ਜੀ, ਯਾਦ ਰੱਖਣਾ 1 ਤਰੀਕ ਤੋਂ ਜਿਹੜਾ ਸਮਾਂ ਕਥਾ ਵਾਰਤਾ ਦਾ ਉਹ 7 ਵਜੇ ਤੋਂ ਲੈ ਕੇ 8 ਵਜੇ ਹੋ ਜਾਣਾ ਹੈ। ਸੋ ਇਹ ਟਾਈਮ ਯਾਦ ਰੱਖਣਾ 1 ਤਰੀਕ ਤੋਂ। ਹੁਣ ਸਮਾਂ ਹੋ ਗਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।